साध भले नहात्या चोर सो टक्का चोर, ये दिन एक दिन आए जाता। उत्थे भी अपना तन मन धन बारिया सी। हाँ जी। और कभी भी कोई टाइम नहीं देखा कला मैं ही नहीं सी, क्योंकि सारी दी सारी टीम हाँ जी जो भी कोई बिल्डिंग लैन का काम होंदा सी जां कोई होर भी काम करना होंदा सी ते असी कदे भी पिछे नहीं सी हटे। ਅਸੀਂ ਇਹ ਗੱਲ ਨਹੀਂ ਚਾਹੁੰਦੇ ਅਸੀਂ ਜਾਗਦੇ ਦਾ ਫਰਜ਼ ਕਰੋ ਭਗਵਾਨ ਵਾਲਮੀਕੀ ਦੇ ਮੰਦਰ ਜਾ ਕੇ ਆਪਾਂ ਕਹਿ ਦੀ ਲਓ ਜੀ ਤੁਸੀਂ ਇਦਾਂ ਕਰਿਓ, ਤੁਸੀਂ ਆਹ ਕੰਮ ਕਰ ਲਿਓ, ਤੇ ਦੂਸਰੇ ਜਾ ਕੇ ਅਸੀਂ ਉਧਰ ਹੋਰ ਕੋ ਕਹਿ ਦਈਏ, ਹੋਰ ਕੋ ਕਹਿ ਦਈਏ। ਜਿਸ ਵੇਲੇ ਉੱਥੇ ਜਿਹੜੇ ਇਕੱਠੇ ਹੁੰਦੇ ਆ ਨਾ, ਆਪਾਂ ਇਹ ਨਹੀਂ ਚਾਹੁੰਦੇ ਵੀ ਜਾਣ ਕੇ ਇੱਕ ਗੁਰੂ ਘਰ ਆਪਾਂ ਹੋਰ ਗੱਲ ਕਰੇ ਜੀ। ਹੋ ਜਿੱਦਾਂ ਚਾਹੁੰਦਾ ਉਹ ਚਲਾਈ ਜਾਂਦਾ ਜੱਗ ਨੂੰ, ਉਹਦਾ ਜਾਣਾ ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ। ਕਦੇ ਕੋਲ ਨਾਲੋਂ ਤੇ ਉਹ ਪਾਉਂਦਾ ਕਾਲ ਜੀ, ਚੇਤੇ ਆਉਂਦੇ ਬੰਦੇ ਨੂੰ ਪੁਰਾਣੇ ਹਾਲ ਜੀ। ਉਹਦੀ ਇੱਕ ਇੱਕ ਦਿਨ ਚੇਤੇ ਆਉਂਦੀ ਸਭ ਨੂੰ, ਉਹਦਾ ਜਾਣਾ ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ। ਕਿਸੇ ਗਰੀਬ ਨੂੰ ਹੀਰਾ ਮਿਲ ਗਿਆ, ਹਾਂਜੀ। ਹੁਣ ਉਹਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਹੀਰੇ ਦੀ ਕੀਮਤ ਕੀ ਹੈ। ਹਾਂਜੀ। ਉਹਨੇ ਲਿਆ ਕੇ ਆਪਣੇ ਅੰਦਰ ਰੱਖ ਦਿੱਤਾ। ਉਹ ਰਾਤ ਨੂੰ ਜਦੋਂ ਉਹਦੇ ਚਮਕਾਰੇ ਪਏ ਤਾਂ ਉਹ ਤਾਂ ਘਰ ਦੀ ਗਰੀਬੀ ਹਾਲਾਤ ਕਰਕੇ ਉਹ ਕਹਿੰਦੀ, ਘਰ ਵਾਲੇ ਕਹਿਣਗੇ ਤੂੰ ਇਦਾਂ ਕਰ, ਜਿਹੜਾ ਆਪਣੇ ਕੋਲ ਕੱਚ ਜਿਹਾ ਚੱਕ ਕੇ ਲਿਆ ਇਹੋ ਹੀ ਦੇ ਕੇ ਡੰਗ ਦੀ ਰੋਟੀ ਦਾ ਲਿਆ। ਹੁਣ ਮੋਹਰੇ ਜਿਹੜਾ ਸੁਨਿਆਰੇ ਕੋਲ ਚਲੇ ਗਿਆ, ਉਹਨੇ ਦੇਖਿਆ ਕਹਿੰਦਾ ਯਾਰ ਇਹ ਤਾਂ ਬੜੀ ਅਸਲੀ ਚੀਜ਼ ਹੈ, ਬੇ ਤਾਂ ਕੋਡੀਆਂ ਭਰ ਦਿੰਦਾ। ਉਹਨੇ ਕੋਡੀਆਂ ਭਰ ਲੈ ਕੇ ਰੱਖ ਲਈ। ਜਿੰਨੇ ਵੀ ਗੋਲਡ ਮੈਡਲ ਦਿੱਤੇ ਹਨ ਸਾਹਮਣੇ ਜਿਸ ਤਰ੍ਹਾਂ ਰੂਪ ਲਾ ਉਹਨਾਂ ਨੂੰ, ਉਹ ਆਪਾਂ ਸਾਰਿਆਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਦਿੱਤੇ ਵੀ ਆਪਾਂ ਸੰਤ ਦਾ ਪੈਸਾ ਨਹੀਂ ਖਰਚਣਾ। ਇਹਨਾਂ ਦੇ ਚੀਕ ਚਹਾੜਾ ਪੈ ਰਿਹਾ। ਸਾਨੂੰ ਸਭ ਤੋਂ ਪਹਿਲਾਂ ਆਪਣੇ ਸਾਥੀਆਂ ਵੀਰਾਂ ਭੈਣਾਂ ਭਰਾਵਾਂ ਦਾ ਜੋ ਆਪਾਂ ਹਾਲ ਚਾਲ ਪੁੱਛਦੇ ਹਾਂ, ਦੁੱਖ ਵੰਡਾਉਣਾ ਚਾਹੀਦਾ। ਸਾਰੀ ਦੁਨੀਆ ਨੱਠੀ ਭੱਜੀ ਫਿਰਦੀ ਆ। ਸੋ ਅੱਜ ਛੋਟੀ ਜਿਹੀ ਬਾਜ਼ਾਰ ਨੂੰ ਨਾਲ ਲੈ ਕੇ ਅਸੀਂ ਆਪ ਜੀ ਦੇ ਦਰਸ਼ਨ ਕਰਾਂਗੇ। ਉਹ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਇਸ ਵੇਲੇ ਮਹਾਮਾਰੀ ਨਾਲ ਆਪਾਂ ਘੁਲ ਰਹੇ ਹਾਂ ਸਾਰੇ, ਇਹ ਤਾਂ ਜੋ ਹੋ ਰਿਹਾ ਸਾਰਿਆਂ ਦੇ ਸਾਹਮਣੇ ਆ। ਸੋ ਅਸੀਂ ਆਉਣ ਵਾਲੇ ਸਮੇਂ ਵਿੱਚ ਫਿਊਚਰ ਵਿੱਚ ਪਤਾ ਨਹੀਂ ਹੋਰ ਕਿੱਦਾਂ ਦਾ ਆ ਜਾਵੇ, ਉਹਦੇ ਘਰ ਦਾ ਕੋਈ ਪਤਾ ਨਹੀਂ। ਉਹਦੇ ਲਈ ਆਪਸੀ ਸੰਬੰਧ ਨੂੰ ਨੇੜੇ ਤੇੜੇ ਰੱਖਦੇ ਹੋਏ, ਕਿਉਂਕਿ ਬਾਕੀ ਮੀਡੀਆ ਬਹੁਤ ਕੁਛ ਕਹਿੰਦੇ ਆ, ਅਸੀਂ ਅਣਖ ਦੀ ਸਵਾਰੀ ਲੈ ਕੇ ਤੁਰੇ ਹਾਂ। ਉਹ ਜੋ ਕਹਿੰਦੇ ਆ ਉਹਨਾਂ ਨੂੰ ਕਹੀ ਜਾਣ ਦਿਓ, ਇਸ ਮੈਟਰ ਤੋਂ ਸਿਵਾ ਉਹਨਾਂ ਦੇ ਕੋਲ ਹੋਰ ਕੱਖ ਨਹੀਂ। ਸੋ ਅਸੀਂ ਇਹ ਵਿਚਾਰ ਕਰਨੀ ਆ ਕਿ ਆਪਾਂ ਕਿੱਦਾਂ ਅਲਰਟ ਰਹਿਣਾ, ਇੱਕ ਦੂਜੇ ਦੀ ਬਾਂਹ ਫੜ ਕੇ। ਕਹਿੰਦੇ ਹੁੰਦੇ ਜੇ ਕਿਤੇ ਹੜ੍ਹ ਆ ਜਾਵੇ ਨਾ, ਜੇ 10-20-50 ਜਣੇ ਆ, ਹੋ ਸਕਦਾ ਪਾਣੀ ਉਹਨਾਂ ਦੇ ਲੱਕ ਹੋਵੇ ਜਾਂ ਗਲ ਹੋਵੇ। ਜੇ ਆਪਸ ਵਿੱਚ ਬਾਹਾਂ ਫੜ ਕੇ ਖੜੇ ਰਹਿਣ ਤਾਂ ਉਹ ਹੜ੍ਹ ਤੋਂ ਬਚ ਵੀ ਸਕਦੇ ਆ। ਸੋ ਅਸੀਂ ਇਹ ਵਿਚਾਰ ਕਰਨ ਲੱਗੇ ਹਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਕਿੱਦਾਂ ਬਚ ਕੇ ਰਹਿਣਾ, ਕੀ ਅਸੀਂ ਆਪਣੇ ਸਾਥੀਆਂ ਨੂੰ ਕਹਿਣਾ, ਕੋਈ ਪਤਾ ਨਹੀਂ ਉਹਦੇ ਘਰ ਦਾ। ਸੋ ਸਭ ਤੋਂ ਪਹਿਲਾਂ ਮੈਂ ਬਲਦੇਵ ਰਾਣੇ ਸਰੋਜ ਜੀ ਨੂੰ ਵਿਚਾਰਾਂ ਵਿੱਚ ਸ਼ਾਮਲ ਕਰਨ ਲੱਗਾ। ਬਲਦੇਵ ਜੀ ਕੀ ਕਹੋਗੇ ਇਹਦੇ ਬਾਰੇ ਵਿੱਚ? ਹਾਂਜੀ ਬਿਲਕੁਲ ਰਾਜ ਮਾਨਕ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਦੇ ਹਾਲਾਤਾਂ ਤੇ, ਕਿਉਂਕਿ ਇਸ ਵਕਤ ਵੀ ਹਰੇਕ ਇਨਸਾਨ ਡਰਿਆ ਹੋਇਆ ਹੈ। ਔਰ ਉਸ ਮਾਲਕ ਨੇ, ਉਸ ਪਰਮਾਤਮਾ ਪਰਮੇਸ਼ਰ ਨੇ, ਜਿਹੜੀ ਜਿਸ ਇਨਸਾਨ ਨੂੰ ਰੱਬ ਨਹੀਂ ਸੀ ਚੇਤੇ, ਨਾਸਤਿਕ ਬਣੇ ਸੀ, ਉਹ ਵੀ ਇਸ ਵਕਤ ਆਪਣੇ ਨੱਕ ਨਾਲ ਲਕੀਰਾਂ ਕੱਢ ਕੇ ਰੱਬ ਕਰ ਰਹੇ ਹਨ। ਕਿਉਂਕਿ ਨਾ ਉਹ ਤੋਂ ਵੱਡਾ ਕੋਈ ਹੋ ਸਕਿਆ, ਨਾ ਹੀ ਕਿਸੇ ਨੇ ਹੋਣਾ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਧਰ ਉੱਧਰ ਜਿਹੜੀਆਂ ਗੱਲਾਂ ਹੁੰਦੀਆਂ ਹਨ, ਕਿਉਂਕਿ ਹमें तो अपनों ने लूटा गैरों में कहाँ दम था, हमें तो अपनों ने लूटा गैरों में कहाँ दम था, हमारी किश्ती वहां डूबी जहां पानी कम था। लेकिन असी फिर जिस तरह राज मानक जी ने गल की है, एकता टीवी बहुत जल्द फिर होंद विच आ रहा है। उन्होंने ना दस ही दिते हैं ਜਿਹੜੇ दिन लाइव करना है। और बिल्कुल बेखौफ बेझिझक होके एकता टीवी ते सच दी गल, सच दी आवाज़ तुहाडे सामने लियावांगे। साडा ये तुहाडे नाल वादा है। और जिहड़े झूठ हुंदा है, झूठ दे कोई पैर नहीं हुंदे, पर सच जिथे मर्जी तुसीं छाती चौड़ी करके सीना ताण के गल कर सकते हो। और एकता टीवी ने इहो ही उपराला करना। मानक जी सो साथियों कहते हुंदे आ, तैनूं चोर नाल की तैनूं साध नाल की, तैनूं चोर नाल की तैनूं साध नाल की। ਅਸੀਂ ਤਾਂ ਗਠੜੀ ਆਪਣੀ ਸੰਭਾਲ ਲਈ, ਸਾਨੂੰ ਸਿਰਫ ਦੁੱਖ ਦਰਦ ਸਾਡੇ ਕਾਂਚੀ ਨਾਲ ਹੀ ਜੀ। ਤੇ ਕਈਆਂ ਨੇ 9 ਕਾਂਚੀ ਵਾਲਾ ਲਿਆ ਬਿਲਕੁਲ ਮੀਡੀਆ ਲਈ, ਤੇ ਕੰਮ ਕਰਦੇ ਆ ਕਰੰਸੀ ਵਾਲਾ। ਸੋ ਸਾਡੇ
ਧਰਮਪਾਲ ਸੁਨਿਆਰ ਜੀ, ਇਹਨਾਂ ਨੂੰ ਵਿਚਾਰਾਂ ਵਿੱਚ ਮੈਂ ਸ਼ਾਮਲ ਕਰਨ ਲੱਗਾ। ਸੁਨਿਆਰ ਸਾਹਿਬ, ਇਹੋ ਜਿਹੇ ਅਖਾਣ ਫਿਰ ਵੀ ਕਹਿੰਦੇ ਆ, ਸਾਧ ਭਲੇ ਨਹਾਤਿਆ ਚੋਰ ਸੋ ਚੱਕਾ ਚੋਰ। ਇਹ ਦਿਨ ਇੱਕ ਦਿਨ ਆਏ ਜਾਂਦਾ, ਅਸੀਂ ਜਦ ਕਿ ਸਾਰਿਆਂ ਦਾ ਖਿਆਲ ਰੱਖਦੇ ਹਾਂ। ਇਹਦੇ ਵਿੱਚ ਕਹਿੰਦੇ ਹੁੰਦੇ ਆ, ਇਸ ਅਖਾਣ ਨੂੰ ਸਮਝਦੇ ਹੋਏ ਵੀ ਕਈ ਸਿਆਣਿਆਂ ਨੂੰ ਵੀ ਨਹੀਂ ਬਖਸ਼ਦੇ, ਪਰ ਅਸੀਂ ਉਹਨਾਂ ਗੱਲਾਂ ਨੂੰ ਛੱਡਿਆ ਤਾਂ ਕਿ ਕਹਿੰਦੇ ਹੁੰਦੇ ਛਿੱਟੇ ਨਾ ਵੱਜਣ। ਅਸੀਂ ਛਿੱਟਿਆਂ ਤੋਂ ਬਚਦੇ ਬਚਾਉਂਦੇ ਹੋਏ ਆਪਣੀ ਅਣਖ ਦੀ ਸਵਾਰੀ ਵਿੱਚ, ਜਿਸ ਤਰ੍ਹਾਂ 782 ਤੇ ਅੱਜ ਫਿਰ ਤੁਹਾਡੇ ਹਾਲ ਚਾਲ ਪੁੱਛਣ ਲਈ ਇਕੱਠੇ ਹੋਏ ਆ, ਇਹ ਚੀਜ਼ ਨੂੰ ਆਪਾਂ ਲੈ ਕੇ ਤੁਰੇ ਹਾਂ। ਜੇ ਹਿਸਾਬ ਲਾਇਆ ਜਾਵੇ ਸਾਨੂੰ ਸਾਡੀ ਅਣਖ ਦਾ ਆਸਰਾ, ਜਾਂ ਅਸੀਂ ਇਹੋ ਜਿਹਾ ਚੋਰਾਂ ਵਾਲਾ ਕੰਮ ਕਰ ਹੀ ਨਹੀਂ ਸਕਦੇ, ਕੀ ਕਹੋਗੇ ਇਹਦੇ ਬਾਰੇ 'ਚ? ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਏਕਤਾ ਟੀਵੀ ਤੋਂ ਸਾਰਿਆਂ ਨੂੰ ਬੜੀ ਪਿਆਰ ਭਰੀ ਜੈ ਗੁਰਦੇਵ, ਧੰਨਵਾਦ, ਜੈ ਭੀਮ, ਜੈ ਭਾਰਤ, ਸਤਿ ਸ੍ਰੀ ਅਕਾਲ, ਜੈ ਵਾਲਮੀਕੀ। ਮਾਨਕ ਜੀ, ਜਿਹੜੀ ਤੁਸੀਂ ਆਹ ਗੱਲ ਕੀਤੀ ਹੈ, ਹਾਂਜੀ, ਕਿਉਂਕਿ ਦੁਨੀਆ ਵਿੱਚ ਬੰਦੇ ਦੋ ਤਰ੍ਹਾਂ ਦੇ ਆ, ਇੱਕ ਮਨਮੁਖ ਤੇ ਗੁਰਮੁਖ। ਹਾਂਜੀ, ਜਿਹੜੇ ਮਨਮੁਖ ਹੁੰਦੇ ਆ ਆਪਣੀ ਮਨ ਦੀ ਕਹੇ ਦੇ ਮੁਤਾਬਕ ਚੱਲਦੇ ਆ, ਕਿਉਂਕਿ ਉਹ ਜਿਹੜੇ ਹੁੰਦੇ ਗੁਰਮੁਖ ਉਹ ਆਪਣੇ ਗੁਰੂ ਦੇ ਕਹਿਣੇ ਦੇ ਮੁਤਾਬਕ, ਮਤਲਬ ਕਿ ਉਹ ਪ੍ਰਮਾਤਮਾ ਵੱਲ ਉਧਰ ਉਹਨਾਂ ਦਾ ਖਿਆਲ ਹੁੰਦਾ, ਉਧਰ ਚੱਲਦੇ ਆ। ਹਾਂਜੀ, ਜਿਹੜੇ ਮਨਮੁਖ ਹੁੰਦੇ ਆ ਉਹ ਦੇਖ ਲਓ, ਆਪਾਂ ਦੇਖਦੇ ਹੀ ਇੱਥੇ ਉਹ ਸਾਧੂ ਸੰਤਾਂ ਮਹਾਤਮਾ ਨੂੰ ਆਪਣੇ ਢੰਗ ਤਰੀਕੇ ਨਾਲ ਚਲਾਉਂਦੇ ਆ ਜੀ। ਹਾਂਜੀ, ਲੈਣੀ ਤਾਂ ਸੀ ਉਹਨਾਂ ਤੋਂ ਸੇਧ ਸੀ, ਜਿਹੜੇ ਮਨਮੁਖ ਲੋਕ ਹੈ। ਹਾਂਜੀ, ਇਸ ਲਈ ਜਿਹੜੇ ਗੁਰਮੁਖ ਹੁੰਦੇ ਆ ਉਹ ਉਹਨਾਂ ਦੇ ਕਹੇ ਦੇ ਮੁਤਾਬਕ ਚੱਲਦੇ ਆ, ਉਹ ਲੋਕਾਂ ਦਾ ਭਲਾ ਵੀ ਚਾਹੁੰਦੇ ਆ। ਜਿਹੜੇ ਮਨਮੁਖ ਹੁੰਦੇ ਹਮੇਸ਼ਾ ਹੀ, ਜਿੱਦਾਂ ਹੁਣ ਪਿੱਛੇ ਜੇ ਆਪਣਾ ਮੀਡੀਆ ਜਿੱਦਾਂ ਹੁਣ ਬੰਦ ਹੋ ਗਿਆ ਸੀਗਾ, ਹਾਂਜੀ, ਬੰਦ ਕੀਤਾ ਸੀ ਆਪਾਂ, ਬੰਦ ਥੋੜਾ, ਮਤਲਬ ਆਪਾਂ ਕਿਸੇ ਵਜ੍ਹਾ ਕਾਰਨ ਜਿੱਦਾਂ ਕੋਰੋਨਾ ਵਾਇਰਸ ਕਰਕੇ ਮਤਲਬ ਬੰਦ ਹੋ ਗਿਆ ਸੀਗਾ। ਤੁਸੀਂ ਇਹ ਦੇਖੋ, ਉਹੀ ਲੋਕ ਜਿਹੜੇ ਕਿ ਬੜੀਆਂ ਪੋਸਟਾਂ ਲੈ ਕੇ ਆਪਣੇ ਆਪ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਵਰਲਡ ਦੇ ਕਹਿੰਦੇ ਅਸੀਂ ਫਲਾਣੇ ਆ ਜੀ, ਅਸੀਂ ਪ੍ਰੈਜ਼ੀਡੈਂਟ ਆ, ਇਸ ਤਰ੍ਹਾਂ ਉਹੀ ਲੋਕਾਂ ਦੇ ਮੂੰਹੋਂ ਉਹਨਾਂ ਦੀ ਗੱਲਾਂ ਫੱਬਦੀਆਂ ਨਹੀਂ ਕਿ ਲਓ ਜੀ ਆ 2-4 ਜਣੇ ਸੀਗੇ ਤੇ ਹੁਣ ਡਟ ਗਏ। ਤੁਸੀਂ ਦੇਖੋ ਉਹਨਾਂ ਦੀ ਸੋਚਣੀ ਕਿੰਨੀ ਹੈ। ਇੱਕ ਪਾਸੇ ਅਸੀਂ ਵਰਲਡ ਲੈਵਲ ਤੇ ਜਾਣ ਕੇ ਸੇਵਾ ਲਈ ਆਪਾਂ ਨਿਯੁਕਤ ਕੀਤੇ ਹੋਵਾਂ, ਇੱਕ ਪਾਸੇ ਅਸੀਂ ਇਦਾਂ ਦੀਆਂ ਗੱਲਾਂ ਕਰਦੇ, ਇਹਨਾਂ ਦੀ ਸੋਚਣੀ ਕਿੰਨੀ ਹੋਊਗੀ। ਤੇ ਇਹ ਇਹਨਾਂ ਦੀ ਔਕਾਤ ਬਾਰੇ ਇਸ ਤਰ੍ਹਾਂ ਪਤਾ ਲੱਗ ਜਾਂਦਾ ਹੈ, ਕਿਉਂਕਿ ਜੇ ਮੀਡੀਆ ਵਿੱਚ ਇਦਾਂ ਦੀ ਗੱਲ ਕਰਨੀ ਹੈ ਕੋਈ ਸਮਝ ਸੋਚ ਕੇ ਕਰਨੀ ਚਾਹੀਦੀ ਆ। ਸਾਰੇ ਆਪਣੇ ਭਰਾ ਆ, ਕੋਈ ਵੀ ਮੀਡੀਆ ਆ, ਕੋਈ ਵੀ ਚੱਲਦਾ, ਕਿਸੇ ਦਾ ਭਰਾ ਤਾਂ ਕੀ ਮੰਗਣਾ, ਆਪਾਂ ਨੁਕਸਾਨ ਆਪਾਂ ਤਾਂ ਕਿਸੇ ਦਾ ਮੰਗਦੇ ਨਹੀਂਗੇ। ਏਕਤਾ ਟੀਵੀ ਵਾਲੇ ਕਿਸੇ ਦਾ ਭਰਾ ਨਹੀਂ ਮੰਗਦੇ, ਅਸੀਂ ਤਾਂ ਏਕਤਾ ਚਾਹੁੰਦੇ ਮਾਲਕ ਜੀ, ਬਿਲਕੁਲ ਵੈਸੇ ਚਾਹੁੰਦੇ ਹਾਂ। ਹਾਂਜੀ, ਬਹੁਤ ਹਾਂਜੀ। ਸੋ ਸਾਥੀਓ, ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਸੀ ਤਾਂ ਪ੍ਰੋਗਰਾਮ ਕੀ ਕਰਨਾ, ਕਿੱਦਾਂ ਕਰਨਾ, ਕਿਵੇਂ ਕਰਨਾ, ਉਹਦੇ ਵਿੱਚ ਥੋੜ੍ਹਾ ਜਿਹਾ ਅਸੀਂ ਲੇਟ ਹੋ ਗਏ। ਕਈ ਵਾਰੀ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ, ਕਈ ਵਾਰੀ ਹਰ ਇੱਕ ਦੀ ਸੁਣਨੀ ਪੈਂਦੀ ਹੈ, ਕਰਨੀ ਪੈਂਦੀ ਹੈ, ਕਿਉਂਕਿ ਜਿਹੜਾ ਇੰਜਣ ਹੁੰਦਾ ਉਹ ਗੱਡੀ ਨੂੰ ਖਿੱਚੀ ਜਾਂਦਾ, ਆਪ ਦਾ ਕਾਲਾ ਪੀਲਾ ਹੋਇਆ ਹੁੰਦਾ, ਅਤੇ ਗੱਡੀ ਵਿੱਚ ਪਰਿਵਾਰਾਂ ਦੇ ਪਰਿਵਾਰ ਹੀ ਬੈਠੇ ਹੁੰਦੇ ਆ। ਸੋ ਜਦੋਂ ਅਸੀਂ ਇਹ ਵਿਚਾਰ ਪੁਰਾਣਿਆਂ ਨੂੰ ਲੈ ਕੇ ਤੁਰ ਪੈਂਦੇ, ਸਾਨੂੰ ਚੋਰ ਨਾਲ ਕੀ, ਤੈਨੂੰ ਸਾਧ ਨਾਲ ਕੀ, ਤੂੰ ਗਠੜੀ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ। ਇਹ ਗਠੜੀ ਜਿਹੜੀ ਅਣਖ ਦੀ ਅਸੀਂ ਚੁੱਕੀ ਫਿਰਦੇ ਹਾਂ, ਛੱਡਣੀ ਨਹੀਂ ਕਿਤੇ, ਉਹ ਆਪਣਾ ਭੁਲੇਖਾ ਛੱਡ ਦੇਣ, ਕਿਉਂਕਿ ਨਿਆਣੇ ਨਾਲ ਧੋਖਾ ਕਰਨਾ ਬੜਾ ਔਖਾ। ਸਿਆਣੇ ਨੂੰ ਤਾਂ ਸਿਆਣਾ ਕਿਹਾ, ਜਿੱਦਣ ਮਰਜ਼ੀ ਲੈ ਜਾਂਦੇ ਆ, ਲੈਣ ਦੇਣ ਵਿੱਚ ਮੁੱਕਰ ਜਾਂਦੇ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ। ਸੋ ਇੰਨੀ ਸੰਗ ਸ਼ਰਮ ਉਹਨਾਂ ਲਾਈ ਆ। ਸੋ ਜਿਸ ਵੇਲੇ ਆ ਗੱਲ ਸ਼ੁਰੂ ਹੀ ਕੀਤੀ ਅਸੀਂ, ਸਾਡੇ ਸਰਦਾਰ ਕਸ਼ਮੀਰਾ ਸਿੰਘ ਜੀ ਰੱਕੜ, ਉਹਨਾਂ ਨੇ ਉਸੇ ਵੇਲੇ ਸਾਡੇ ਧਰਮਪਾਲ ਸੁਨਿਆਰ ਜੀ ਨੂੰ ਫੋਨ ਕੀਤਾ ਕਿ ਮੇਰੇ ਵੱਲੋਂ 50 ਪਾਉਂਡ। ਦੇਖੋ ਸਾਥੀਓ, 5 ਪਾਉਂਡ ਕੱਢਣੇ ਔਖੇ ਹੋ ਜਾਂਦੇ ਆ, ਪਰ ਜਿਨ੍ਹਾਂ ਨੂੰ ਅਣਖ ਬਾਰੇ ਪਤਾ, ਸੱਚਾਈ ਬਾਰੇ ਪਤਾ, ਉਹ ਝੱਟ ਦੀ ਫੱਟ ਕਹਿੰਦੇ ਮੇਰੇ ਵੱਲੋਂ 50 ਪਾਉਂਡ। ਬਹੁਤ ਖੁਸ਼ੀ ਦੀ ਗੱਲ ਹੈ, ਕਿਉਂਕਿ ਦਾਨ ਦਿੰਦਿਆਂ ਧਨ ਨਹੀਂ ਘਟਦਾ ਹੁੰਦਾ। 2 ਮਿੰਟ ਦਰਦ ਜਿਹਾ ਹੁੰਦਾ ਵੀ ਮੈਂ ਆਲੂ ਲੈਣ ਵੀ ਜਾਣਾ ਸੀ, ਪਰ ਨਹੀਂ। ਜਿਸ ਤਰ੍ਹਾਂ ਸਾਡੇ ਸਾਥੀ ਜਨਕਰਾਜ ਭਾਟੀਆ ਜੀ ਬੋਲੋ ਹੰਡ ਤੋਂ, ਉਹਨਾਂ ਨੇ ਵੀ 50 ਪਾਉਂਡ ਸੇਵਾ ਕੀਤੀ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਿਚਾਰ ਦੇਣੇ ਚਾਹੀਦੇ, ਵਿਚਾਰ ਤੁਹਾਨੂੰ ਚੰਗੇ ਮਿਲਦੇ। ਦੇਸ਼ ਰਾਜ ਮੈਂ ਵੀ ਜੀ ਬੈਡਫੋਰਡ ਤੋਂ ਥੋੜ੍ਹਾ ਚਿਰ ਹੋਇਆ ਜੀ ਇੰਡੀਆ ਤੋਂ ਆਇਆ ਨੂੰ, ਸੋ ਹਾਲਾਤਾਂ ਦੇ ਹਿਸਾਬ ਨਾਲ ਅੰਦਰ ਵੀ ਰਹਿਣਾ ਸਾਰਿਆਂ ਨੇ, ਕਿਉਂਕਿ ਸਿਸਟਮ ਤਾਂ ਜ਼ਿੰਦਗੀ ਵਾਲਾ ਹੈ, ਗੌਰਮੈਂਟ ਦਾ ਕੋਈ ਕਾਨੂੰਨ ਨਹੀਂ। ਉਹਨਾਂ ਨੇ ਵੀ 50 ਪਾਉਂਡ ਸੇਵਾ ਭੇਜੀ ਆ, ਬਹੁਤ ਬਹੁਤ ਧੰਨਵਾਦ। ਸਾਡੇ ਰੂਪਲਾ ਬੰਗੜ ਜੀ, ਉਹਨਾਂ ਨੇ ਵੀ 125 ਪਾਉਂਡ ਦਿੱਤੇ ਆ, ਅਤੇ ਜੱਸੀ ਕਿਚਨ ਵਾਲੇ, ਹਾਰਮੋਨੀ ਕਿਚਨ ਸਾਡੇ ਗੁਆਂਢੀ ਆ, ਉਹਨਾਂ ਨੇ ਵੀ 50 ਪਾਉਂਡ ਦੀ ਸੇਵਾ ਦਿੱਤੀ ਆ। ਸੋ ਸਾਥੀਓ, ਕੋਈ ਵੀ ਮੀਡੀਆ ਤੁਹਾਡੀ ਸੇਵਾ ਬਗੈਰ ਨਹੀਂ ਚੱਲਦਾ। ਅਸੀਂ ਤਾਂ ਨੌਕਰ ਹਾਂ ਤੁਹਾਡੇ। ਇੱਥੇ ਵੀ ਕਹਿੰਦੇ ਆਏ ਆ, ਕਹਿੰਦੇ ਰਹਿਣਾ, ਪਹਿਲਾਂ ਵੀ ਕਹਿੰਦੇ ਸੀਗੇ, ਪਰ ਉਹ ਤੂੰ ਕੌਣ ਤੇ ਮੈਂ ਕੌਣ ਵਾਲੀ ਗੱਲ ਬੜੀ ਚੰਗੀ ਤਰ੍ਹਾਂ ਚੱਲਦੀ, ਥੋੜ੍ਹਾ ਜਿਹਾ ਚੱਲਣੀ, ਪਤਾ ਲੱਗ ਗਿਆ ਲੋਕਾਂ ਨੂੰ। ਸੋ ਮੈਂ ਬਲਦੇਵ ਰਾਣਾ ਸੁਰੇਸ਼ ਜੀ ਨੂੰ ਸ਼ਾਮਲ ਕਰਨ ਲੱਗਾ ਵਿੱਚ। ਬਲਦੇਵ ਜੀ, ਆਪਾਂ ਸੇਵਾ ਦੇ ਮਾਹੌਲ ਨੂੰ ਲੈ ਕੇ ਤੁਰੇ ਹਾਂ। ਕਿਸੇ ਦੇ ਘਰੇ ਗੁਰਪੁਰਬ ਮਨਾਇਆ ਜਾ ਰਿਹਾ ਜੀ, ਤੁਹਾਨੂੰ ਖੜੇ ਪੈਰ ਤੁਸੀਂ ਪ੍ਰਸ਼ਾਦ ਵੀ ਬਣਾਇਆ ਤੇ ਕੋਈ ਸਮਾਨ ਵੀ ਤੁਸੀਂ ਲੈ ਕੇ ਆਏ, ਤੇ ਆਪਾਂ ਕਰ ਰਹੇ ਸੀ ਪ੍ਰਭਾਤ ਫੇਰੀ ਜਿਹੜੀ ਸਵੇਰੇ ਸਵੇਰੇ ਹੁੰਦੀ ਆ। ਇਹਨਾਂ ਨੂੰ ਢੋਲਕੀ ਵਜਾਉਣ ਲਾਤਾ,
ठीक कहते हो जिसका काम उसको साजे तेनू मनु ढींगा बाजे चंगी तरह सवेरे सवेरे 5:30 6 बजे उत्थे असीं कोई दुख मनाया सीगा भी मीडिया साडे नूं कुछ होवे ना मीडिया मीडिया ही आ ये भी साडा ते सारे बाकी सारे साडे साडी गल करदे आ। सो जदों संगत वो पैसा दिंदी सी चाहे कोई 5 पौंड दिंदा चाहे कोई 50 चाहे कोई 100 जी अज वो संगत कहती भी साडे तां पैसे वेस्ट गए आ साडे विच भी माड़ा जिहा कसूर कर दिंदे आ भी तुहाडी डिमांड ते असीं वो पैसा दित्ता सीगा जी पहले मीडियम जिद्दां साडा वो पैसा वेस्ट गया क्योंकि उन्हां लोकां ने साडे रोमांस मन्ने नहीं ते आउण वाले समय विच ये शिकायत सानूं भी मिल सकदी आ भी साडे वो जिहड़े पैसे वेस्ट जा रहे आ वो सानूं लैके दिओ तां सानूं इस दोष दा भागी बनन तो कोई नहीं रोक सकदा क्योंकि साथियों कहते हुंदे आ पैसे जिहड़े दित्ते आ वो सेवा लई ना लगण ਤਾਂ ਉਹਨਾਂ ਸੰਗਤਾਂ ਦਾ ਦੋਸ਼ ਸੱਚਾ ਆ। ਬਲਦੇਵ ਜੀ ਦੱਸੋ ਵੀ ਜੇ ਕੱਲ ਨੂੰ ਉਹ ਸੰਗਤ ਸਾਨੂੰ ਕਹਿਣ ਲੱਗ ਪਵੇ ਜੀ ਤਾਂ ਉਹ ਸੰਗਤ ਦੇ ਬਾਰੇ ਕੀ ਕਹੋਗੇ? ਸੰਗਤ ਹਮੇਸ਼ਾ ਸੱਚ ਬੋਲਦੀ ਹੁੰਦੀ ਹੈ, ਕੀ ਵਿਚਾਰ ਆਪਣੇ? ਬਿਲਕੁਲ ਮਾਨਕ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ 100% ਇਹਦੇ ਨਾਲ ਸਹਿਮਤ ਹਾਂ ਕਿਉਂਕਿ ਹਾਂਜੀ ਅਸੀਂ ਉੱਥੇ ਵੀ ਆਪਣਾ ਤਨ ਮਨ ਧਨ ਬਾਰਿਆ ਸੀ ਹਾਂਜੀ ਔਰ ਕਦੀ ਵੀ ਕੋਈ ਟਾਈਮ ਨਹੀਂ ਦੇਖਿਆ ਕੱਲਾ ਮੈਂ ਹੀ ਨਹੀਂ ਸੀ ਕਿਉਂਕਿ ਸਾਰੀ ਦੀ ਸਾਰੀ ਟੀਮ ਹਾਂਜੀ ਜੋ ਵੀ ਕੋਈ ਬਿਲਡਿੰਗ ਲੈਣ ਦਾ ਕੰਮ ਹੁੰਦਾ ਸੀ ਜਾਂ ਕੋਈ ਹੋਰ ਵੀ ਕੰਮ ਕਰਨਾ ਹੁੰਦਾ ਸੀ ਤੇ ਅਸੀਂ ਕਦੇ ਵੀ ਪਿੱਛੇ ਨਹੀਂ ਸੀ ਹਟੇ ਪਰ ਸਾਨੂੰ ਅਖੀਰ ਤੇ ਇਹ ਨਹੀਂ ਸੀ ਪਤਾ ਕਿ ਐਂਡ ਤੇ ਰਿਜ਼ਲਟ ਇਹ ਨਿਕਲਣਾ ਹੈ ਕਿ ਅਸੀਂ ਜੋ ਚੌਧਰਦਾਰ ਹਾਂ ਜਾਂ ਚੌਧਰਾਂ ਦੇ ਭੁੱਖੇ ਹਾਂ ਉਹ ਸਿਰਫ ਕੁਰਸੀਆਂ ਤੱਕ ਹੀ ਸੀਮਤ ਹਨ ਪਰ ਜੇ ਆਪਾਂ ਉਹ ਗਹਿਰਾਈ ਦੀ ਤਹਿ ਤੱਕ ਜਾ ਕੇ ਦੇਖੀਏ ਤੇ ਜੇ ਕੋਈ ਕਹੀਏ ਕਿ ਕੌਮ ਦਾ ਦਰਦ ਜਾਂ ਕੌਮ ਦਾ ਕੋਈ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਹਾਲੇ ਤੱਕ ਵੀ ਝਲਕ ਸਾਨੂੰ ਨਜ਼ਰ ਨਹੀਂ ਆ ਰਹੀ। ਸਿਰਫ ਇਹ ਗੱਲ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਹਰੇਕ ਬੰਦਾ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਨਾ ਕੋਈ ਚੌਧਰ ਜਿਹੜੀ ਹੈ ਉਹ ਮਿਲ ਜਾਵੇ। ਉਹ ਉਲਟੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜੇ ਅਗਰ ਬੰਦੇ ਇੱਥੋਂ ਚਲੇ ਗਏ ਹਨ ਤਾਂ ਸਿਰਫ ਚੌਧਰ ਦੇ ਭੁੱਖੇ ਸਨ। ਅੱਜ ਤੱਕ ਸਾਡੇ ਵਿੱਚੋਂ ਕੋਈ ਵੀ ਬੰਦਾ ਜਾਂ ਕੋਈ ਵੀ ਮੈਂਬਰ ਇਹ ਗੱਲ ਕਹਿ ਦੇਵੇ ਜਾਂ ਸਾਬਤ ਕਰ ਦੇਵੇ ਤੇ 10 ਦੇ ਸਿਰ ਤੇ ਤਾਂ ਪਹਿਲੇ ਬਾਲ ਹੈ ਨਹੀਂ ਬਾਕੀ ਜਿਹੜੇ ਹੈਗੇ 4 ਉਹ ਵੀ ਆਪਾਂ ਲਹਾ ਦੇਵਾਂਗੇ ਕਿਉਂਕਿ ਗੱਲ ਜਿਹੜੀ ਸਚਾਈ ਹੈ ਸੱਚ ਜਿਹੜਾ ਆ ਚਾਹੇ ਜਿੱਥੇ ਮਰਜ਼ੀ ਦਬਾ ਕੇ ਰੱਖ ਲਓ ਕੋਹੇਨੂਰ ਦਾ ਹੀਰਾ ਜਿਹੜਾ ਹੁੰਦਾ ਹੈ ਅਗਰ ਉਹ ਕਿਸੇ ਝੁੱਗੀ ਦੇ ਵਿੱਚ ਵੀ ਪਿਆ ਉਹ ਕਿਸੇ ਇਦਾਂ ਹੀ ਗੱਲ ਹੋ ਗਈ ਮਾਨਕ ਜੀ ਕਿ ਕਿਸੇ ਗਰੀਬ ਨੂੰ ਹੀਰਾ ਮਿਲ ਗਿਆ ਹੁਣ ਉਹਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਹੀਰੇ ਦੀ ਕੀਮਤ ਕੀ ਹੈ ਉਹਨੇ ਲਿਆ ਕੇ ਆਪਣੇ ਅੰਦਰ ਰੱਖ ਦਿੱਤਾ। ਉਹ ਰਾਤ ਨੂੰ ਜਦੋਂ ਉਹਦੇ ਚਮਕਾਰੇ ਪਏ ਤਾਂ ਉਹ ਤਾਂ ਘਰ ਦੀ ਗਰੀਬੀ ਹਾਲਾਤ ਕਰਕੇ ਉਹ ਕਹਿੰਦੀ ਘਰ ਵਾਲੇ ਕਹਿਣਗੇ ਤੂੰ ਇਦਾਂ ਕਰ ਜਿਹੜਾ ਆਪਣੇ ਕੋਲ ਕੱਚ ਜਿਹਾ ਚੱਕ ਕੇ ਲਿਆ ਇਹੋ ਹੀ ਦੇ ਕੇ ਡੰਗ ਦੀ ਰੋਟੀ ਦਾ ਲਿਆ। ਹੁਣ ਮੋਹਰੇ ਜਿਹੜਾ ਸੁਨਿਆਰੇ ਕੋਲ ਚਲੇ ਗਿਆ ਉਹਨੇ ਦੇਖਿਆ ਕਹਿੰਦਾ ਯਾਰ ਇਹ ਤਾਂ ਬੜੀ ਅਸਲੀ ਚੀਜ਼ ਹੈ ਬੇ ਤਾਂ ਕੋਡੀਆਂ ਭਰ ਦਿੰਦਾ ਉਹਨੇ ਕੋਡੀਆਂ ਭਰ ਲੈ ਕੇ ਰੱਖ ਲਈ। ਲੈ ਕਹਿਣ ਦਾ ਭਾਵ ਹੈ ਕਿ ਜਿਹੜਾ ਬੰਦਾ ਉਹਦੀ ਕਦਰ ਨੂੰ ਜਾਣਦਾ ਹੈ ਉਹਨੂੰ ਹੀ ਪਤਾ ਹੈ ਪਰ ਅਸੀਂ ਜਿੰਨੇ ਵੀ ਮੈਂਬਰ ਸੀਗੇ ਕੋਈ ਵੀ ਗਿਲਟੀ ਨਹੀਂ ਸੀ ਕੋਈ ਵੀ ਕਰਾਫਟੀ ਨਹੀਂ ਸੀ ਕੋਈ ਵੀ ਕਿਸੇ ਗੱਲੋਂ ਬਦਨਾਮੀ ਚ ਨਹੀਂ ਸੀ ਕੰਮ ਕੀਤਾ ਹਿੱਕ ਤਾਣ ਕੇ ਕੀਤਾ ਸੇਵਾ ਕੀਤੀ ਮਨ ਸਾਫ਼ ਕਰਕੇ ਕੀਤਾ ਕਦੀ ਕਿਸੇ ਦੇ ਦਬਾਅ ਚ ਨਹੀਂ ਕੀਤਾ ਨਾ ਹੀ ਕਦੀ ਕਿਸੇ ਦੇ ਦਬਾਅ ਚ ਆਏ ਆ ਤਨ ਮਨ ਨਿਸ਼ਾਵਰ ਕੀਤਾ ਹੈ। ਹੁਣ ਏਕਤਾ ਟੀਵੀ ਤੇ ਪੂਰੀ ਦੀ ਪੂਰੀ ਤਵੱਜੋ ਲਾਈ ਹੈ ਜਿਹੜੇ ਦਾਨੀ ਸੱਜਣ ਇਸ ਵਕਤ ਏਕਤਾ ਟੀਵੀ ਦੀ ਬਾਹ ਫੜ ਰਹੇ ਹਨ ਸਾਥ ਸਹਿਯੋਗ ਦੇ ਰਹੇ ਹਨ ਅਸੀਂ ਉਹਨਾਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਡੀ ਸਾਨੂੰ ਬਹੁਤ ਲੋੜ ਹੈ। ਹਾਲੇ 3 ਦਿਨ ਸ਼ੁਰੂ ਕੀਤੇ ਹੈ ਜਿਵੇਂ ਕਿ ਰਾਜ ਜੀ ਨੇ ਦੱਸਿਆ ਹੀ ਹੈ ਔਰ ਜਿਵੇਂ ਜਿਵੇਂ ਤੁਸੀਂ ਸਾਨੂੰ ਹੌਸਲਾ ਅਫਜ਼ਾਈ ਕਰਦੇ ਜਾਓਗੇ ਆਪਾਂ ਹੋਰ ਪਲੰਗਾ ਪਟਾਂਗੇ। ਸਾਥੀਓ ਸੰਡੇ 6 ਤੋਂ 7 ਸ਼ਾਮ ਨੂੰ ਮੰਡੇ 6 ਤੋਂ 7 ਤੇ ਫਰਾਈਡੇ 6 ਤੋਂ 7 ਸ਼ਾਮ ਨੂੰ ਟੈਲੀਫੋਨ 12144893550 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਆ। ਸੰਗਤ ਨੇ ਸਾਨੂੰ ਬਹੁਤ ਕੁਝ ਕਿਹਾ ਸੀ ਕਿ ਸਾਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਜੀ ਸਾਡੇ ਵਿੱਚ ਆ ਕੇ ਬਹਿ ਗਏ ਚਲੋ ਇਹ ਵੀ ਮੀਡੀਆ ਸਾਡਾ ਹੀ ਆ ਸਾਰਿਆਂ ਦਾ ਆ ਕੇ ਬਹਿ ਗਏ ਤਾਂ ਸੁਣੀ ਗਿਆ ਉਹ ਕੀ ਉੱਥੇ ਹੋ ਰਿਹਾ ਮੈਨੂੰ ਪਤਾ ਹੀ ਨਹੀਂ ਉੱਥੇ ਕੀ ਹੋ ਰਿਹਾ ਮੈਨੂੰ ਪਤਾ ਹੀ ਨਹੀਂ। ਜਦੋਂ ਮਾੜੀਆਂ ਮੋਟੀਆਂ ਗੱਲਾਂ ਪਤਾ ਸੁਣੀਆਂ ਪਤਾ ਲੱਗਾ ਰਿਕਾਰਡ ਵੀ ਕੀਤੀਆਂ ਉਹਨਾਂ ਨੇ ਫੇਰ ਚਲੇ ਗਏ ਉੱਥੇ। ਹੁਣ ਕਹਿੰਦੇ ਸਾਡੇ ਪੈਸੇ ਫਸੇ ਉਹ ਸਾਡੀ ਵੀ ਜਾਨ ਛਡਾਓ ਅਸੀਂ ਨਹੀਂ ਇਹ ਕੰਮ ਕਰ ਸਕਦੇ। ਸਾਨੂੰ ਬੇਇਨਸਾਫੀ ਦੇਖੀ ਸੀ ਸਾਡੇ ਨਾਲ ਜੋ ਹੋਇਆ ਉਹਦੀ ਗੱਲ ਨਹੀਂ ਹੈ ਅਸੀਂ ਸੰਗਤ ਨਾਲ ਬੇਇਨਸਾਫੀ ਦੇਖਣ ਤੋਂ ਅਸੀਂ ਉਹਦੇ ਸਮਰੱਥ ਨਹੀਂ ਸੀਗੇ ਵੀ ਸੰਗਤ ਨਾਲ ਬੇਇਨਸਾਫੀ ਹੁੰਦੀ ਜਾਵੇ ਜਿਹਦੇ ਕਰਕੇ ਅੱਜ ਕੱਲ੍ਹ ਦੇ ਹਾਲਾਤ ਆ ਉਹਨਾਂ ਨੂੰ ਲੈ ਕੇ ਸਿਆਣੇ ਤਾਂ ਇਹ ਵੀ ਕਹਿੰਦੇ ਆ ਵੀ ਉਹਨਾਂ ਦਾ ਸੂਤ ਆਇਆ ਪੈਸੇ ਇਕੱਠੇ ਕਰਨ ਨੂੰ ਤੁਹਾਡਾ ਕੀ ਹੋਇਆ ਅੱਜ ਕੱਲ੍ਹ ਸਾਨੂੰ ਉਹ ਨਹੀਂ ਚਾਹੀਦੇ ਜੀ।
ਸਾਨੂੰ ਉਹ ਨਹੀਂ ਚਾਹੀਦੇ। ਜਿੰਨੇ ਕੁ ਸੰਗਤ ਦਿੰਦੀ ਆ ਉਹਦੇ ਨਾਲ ਸਾਡਾ ਕੰਮ ਚੱਲ ਰਿਹਾ। ਜੀ। ਇੱਥੇ ਦੇਖ ਲਓ ਸਟੂਡੀਓ ਦੇ ਵਿੱਚ ਤਕਰੀਬਨ ਇੱਕ ਅੱਧਾ ਖੜਾ ਹੀ ਹੁੰਦਾ ਬੰਦਾ ਆ ਕੇ, ਆ ਲਓ ਜੀ ਮੇਰੇ ਨਾਲ 20 ਪਾਉਣ, ਆ ਲਓ ਜੀ ਮੇਰੇ ਨਾਲ 50 ਪਾਉਣ। ਸੋ ਸਾਥੀਓ, ਤੁਸੀਂ ਜਦੋਂ ਜਿਹੜੇ ਕੰਮ ਨੂੰ ਸੰਗਤ ਫੜ ਲਵੇ ਉਹ ਰਹਿੰਦਾ ਨਹੀਂ। ਸੋ ਜਿਹੜੀਆਂ ਵਿਚਾਰਾਂ ਨਿਕਲ ਕੇ ਆ ਰਹੀਆਂ ਵੀ ਆ ਮਹਾਂਮਾਰੀ, ਇਹਦਾ ਕੁਝ ਪਤਾ ਜੀ ਕਿਸੇ ਨੂੰ, ਕੱਲ ਨੂੰ ਕੀ ਹੋ ਜਾਣਾ ਕਿਸੇ ਨੂੰ ਪਤਾ। ਬਿਲਕੁਲ। ਪਰ ਜੋ ਕੁਝ ਬੇਤੁਕੀ ਹੁੰਦੀ ਰਹੀ, ਜੇ ਕਿਤੇ ਪਰਚੀਆਂ ਕੱਟਣ ਰਾਣਾ ਬਹਿ ਗਿਆ ਜਾਂ ਮੱਲ ਬਹਿ ਗਿਆ ਜਾਂ ਸਾਡੇ ਸੁਨਿਆਰ ਜੀ ਬਹਿ ਗਏ, ਉੱਥੇ ਪਰਚੀਆਂ ਇਕੱਠੀਆਂ ਹੋਈਆਂ ਸੰਤਾਂ ਦੀ ਸੇਵਾ ਦੀਆਂ, ਸੰਗਤ ਦੇ ਰਹੇ 5 ਪੌਂਡ 10 ਪੌਂਡ 20 ਪੌਂਡ 50 ਪੌਂਡ। ਮੱਲਕ ਦੇਣੀ ਕੋਈ ਇਹੋ ਜਿਹਾ ਭਦਰਪੁਰ ਆਉਂਦਾ, ਉਹ ਕਹਿੰਦਾ ਕੈਰੀ ਬੈਗ 'ਚ ਪਾ ਦਿਓ, ਘਰ ਜਾ ਕੇ ਗਣਨੇ ਆ। ਇਹ ਹੋਇਆ ਪੰਜਾਂ ਦਾ ਅਸੀਂ ਦੇਖਿਆ। ਸੋ ਮੈਂ ਸਾਡੇ ਸੁਨਿਆਰ ਜੀ ਨੂੰ ਪੁੱਛਣ ਲੱਗਾ, ਉਹ ਜਿਹੜੇ ਸੇਵਾ ਕਰਦੇ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੋ, ਕੀ ਕਹੋਗੇ ਇਹਦੇ ਬਾਰੇ 'ਚ? ਹਾਂਜੀ ਦੇਖੋ ਜੀ, ਗੱਲ ਇੱਦਾਂ ਹੈ, ਅਸੀਂ ਹਨਾ ਉਸ ਪਰਮਾਤਮਾ ਨੂੰ ਜਿਸ ਤਰ੍ਹਾਂ ਬਈ ਇੱਕ ਅਣਜਾਣ ਜਿਹਾ ਸਮਝ ਕੇ ਕੰਮ ਕਰਦੇ ਆ। ਹਾਂਜੀ। ਉਹ ਜਿਹੜਾ ਕੁੱਲ ਮਾਲਕ ਪਰਮਾਤਮਾ, ਉਹ ਤਾਂ ਆਲ ਦਾ ਟਾਈਮ ਦੇਖ ਰਿਹਾ ਹੈ। ਹਾਂਜੀ। ਉਹ ਕਿਤੇ ਬਾਹਰ ਨਹੀਂਗਾ। ਹਾਂ। ਉਹ ਤੁਹਾਡੇ ਕੋਲੇ ਹੀ ਆਲ ਦਾ ਟਾਈਮ ਹੈ। ਹਾਂਜੀ। ਦੇਖੋ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ 'ਚ ਪਿਆ ਵੀ ਕਹਿ ਰਵਿਦਾਸ ਹੱਥ ਤੋਂ ਨਹਿਰੇ ਸਹਿਜੇ ਹੋਏ ਸਫਰ। ਹਾਂਜੀ। ਉਹ ਸਾਡੇ ਹੱਥਾਂ ਤੋਂ ਵੀ ਲੱਗੇ ਆ ਕੁੱਲ ਮਾਲਕ ਪਰਮਾਤਮਾ, ਜਿਹੜਾ ਜਿੱਦਾਂ ਕਹਿੰਦੇ ਆ ਇਸ਼ਾਰਾ ਬੜਾ ਅੰਦਰ ਬੜਾ ਠੰਡਾ ਮਾਰ ਮਾਰੇ ਹੀ ਦਿੱਤਾ। ਹਾਂਜੀ। ਬਾਕੀ ਮਾਨਕ ਜੀ ਵੀ ਇਹ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਸਲਾਹ ਦੇ ਨਾਲ ਜਿਹੜਾ ਮੀਡੀਆ ਹੁਣ ਚੱਲਿਆ ਆ, ਹਾਂਜੀ। ਇਹਦਾ ਨਾਮ ਵੀ ਆਪਾਂ ਏਕਤਾ ਟੀਵੀ ਰੱਖਿਆ। ਹਾਂਜੀ। ਇਹ ਇਦਾਂ ਨਹੀਂ ਜਾਣ ਕੇ ਅਸੀਂ ਕਿਸੇ ਗੁਰੂ ਘਰ ਜਾ ਕੇ ਕਹਿ ਦਈਏ ਲਓ ਜੀ ਤੁਸੀਂ ਜੇ ਹੁਣ ਫਰਜ਼ ਕਰੋ ਕਿਸੇ ਨੇ ਇਸ ਟੀਵੀ ਤੇ ਕੋਈ ਪ੍ਰੋਗਰਾਮ ਰਖਾਉਣਾ ਹੈ। ਹਾਂਜੀ। ਚਲੋ ਆਪਣੇ ਬੜੇ ਜਿੱਦਾਂ ਭਗਵਾਨ ਵਾਲਮੀਕੀ ਦਾ ਆਪਣਾ ਜਨਮ ਦਿਨ ਮਨਾਉਂਦੇ ਆ, ਹਾਂਜੀ। ਸਤਿਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾਉਂਦੇ ਆ। ਅਸੀਂ ਇਹ ਗੱਲ ਨਹੀਂ ਚਾਹੁੰਦੇ ਅਸੀਂ ਜਾ ਕੇ ਦਾ ਫਰਜ਼ ਕਰੋ ਭਗਵਾਨ ਵਾਲਮੀਕੀ ਦੇ ਮੰਦਿਰ ਜਾ ਕੇ ਆਪਾਂ ਕਹਿ ਦਈਏ ਲਓ ਜੀ ਤੁਸੀਂ ਇਦਾਂ ਕਰਿਓ, ਤੁਸੀਂ ਆਹ ਕੰਮ ਕਰ ਲਿਓ, ਤੇ ਦੂਸਰੇ ਜਾ ਕੇ ਅਸੀਂ ਉਧਰ ਹੋਰ ਕੋ ਕਹਿ ਦਈਏ, ਹੋਰ ਕੋ ਕਹਿ ਦਈਏ। ਜਿਸ ਵੇਲੇ ਉੱਥੇ ਜਿਹੜੇ ਇਕੱਠੇ ਹੁੰਦੇ ਆ ਨਾ, ਆਪਾਂ ਇਹ ਨਹੀਂ ਚਾਹੁੰਦੇ ਵੀ ਜਾਣ ਕੇ ਇੱਕ ਗੁਰੂ ਘਰ ਆਪਾਂ ਹੋਰ ਗੱਲ ਕਰੇਗੀ, ਦੂਸਰੇ ਗੁਰੂ ਘਰ ਜਾ ਕੇ ਹੋਰ ਗੱਲ ਕਰ ਰਹੀ ਹੈ। ਇਹ ਸੁਨਿਆਰ ਸਾਹਿਬ ਕੰਫਿਊਜ਼ਨ ਬਹੁਤ ਹੋ ਜਾਂਦੀ ਦਾ। ਮੈਂ ਤੁਹਾਨੂੰ ਰਿਮਾਈਂਡ ਕਰਾ ਦਵਾਂ ਤੁਹਾਡੀ ਵਾਲੀ ਗੱਲਬਾਤ, ਤੁਸੀਂ ਬੜੇ ਸੋਹਣੇ ਲਿੰਕ ਤੇ ਚਲੇ ਗਏ ਆ। ਹਾਂਜੀ। ਜਿਸ ਵੇਲੇ ਮੈਨੂੰ ਲੱਗਦਾ ਆਪਾਂ ਨੂੰ ਵੀ ਮੌਕਾ ਮਿਲਿਆ ਸੀ ਉੱਥੇ, ਆਪਾਂ ਵੀ ਗਏ ਸੀ, ਆਪਾਂ ਭਾਵੇਂ ਕਿਸੇ ਹੋਰ ਕੰਮ ਗਏ ਸੀ, ਤਾਂ ਉਹਨਾਂ ਸਾਡੇ ਵਾਲਮੀਕੀ ਭਰਾਵਾਂ ਦੇ ਜਿਹੜੇ ਘਰ ਜੰਮਿਆ ਉਹਨਾਂ ਨਾਂ ਜੁੜ ਜਾਂਦਾ ਜਦੋਂ ਸਾਡੇ ਨਾਲ ਜੁੜਿਆ ਰਦਾਸੀਆਂ ਜੋ ਵੀ ਹੈਗਾ। ਸੋ ਇਹ ਕੋਈ ਜਾਤ ਪਾਤ ਨਹੀਂ ਹੈਗੀ। ਸੋ ਜਿਹੜੇ ਪਿੰਡ ਗੱਲ ਹੋਈ ਹੋਵੇ ਪਿੰਡ ਦਾ ਨਾਂ ਤਾਂ ਲੈਣਾ ਹੀ ਪੈਂਦਾ। ਜਦੋਂ ਅਸੀਂ ਉੱਥੇ ਪਹੁੰਚੇ ਆ ਤਾਂ ਉਹਨਾਂ ਦੀਆਂ ਬੀਬੀਆਂ, ਆਂਟੀ ਸਾਡੀ ਕਹਿੰਦੇ, ਆਂਟੀ ਸਾਡੀ ਬੜੀ ਜਵਾਨ ਆ, ਉਹ ਕਹਿੰਦੀ ਵੀ ਬੇਟਾ ਇਹ ਥੋੜਾ ਜਿਹਾ ਪਾਟੋ ਧਾਰ ਨੂੰ ਤਰਜੀਹ ਦੇਣ ਵਾਲੀ ਗੱਲ ਵਾ, ਅਸੀਂ ਇੰਨੇ ਨਿਆਣੇ ਨਹੀਂ ਜੀ। ਭਾਵੇਂ ਗੁਰੂ ਵਾਲਮੀਕ ਦਾ ਸਥਾਨ ਸੀਗਾ, ਸਾਨੂੰ ਵੀ ਉੱਥੋਂ ਕੁਝ ਸਿੱਖਣ ਨੂੰ ਮਿਲਿਆ ਜੀ। ਅਸੀਂ ਕਿਹਾ ਭਈ ਦੇਖੋ ਆਂਟੀ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ। ਉਹ ਕਹਿੰਦੇ ਵੀ ਜਿਹੜੇ ਕਰਦੇ ਆ ਉਹਨਾਂ ਨੂੰ ਤੁਸੀਂ ਜਾ ਕੇ ਦੱਸ ਦਿਓ, ਪਰ ਆਪਾਂ ਦੱਸਿਆ ਨਹੀਂ, ਆਪਾਂ ਉਹਨਾਂ ਆਪਣਾ ਭਲਾ ਜ਼ਰੂਰ ਕਰਾ ਕੇ ਬਹਿ ਗਏ। ਸੁਨਿਆਰ ਜੀ ਤੁਹਾਡੀ ਗੱਲ ਬੜੀ ਵਧੀਆ, ਪਾਟੋ ਤੜ ਨਹੀਂ ਚੰਗੀ। ਹਾਂਜੀ। ਦੇਖੋ ਜੀ ਗੱਲ ਇੱਦਾਂ ਹੈ ਵੀ ਪੜ੍ਹੇ ਲਿਖੇ ਸਾਡੇ ਉਹ ਵੀ ਭਰਾ ਪੜ੍ਹੇ ਲਿਖੇ ਆ, ਸਾਡੇ ਭਰਾ ਆ। ਹਾਂਜੀ। ਉਹ ਪੜ੍ਹੇ ਲਿਖੇ ਆ, ਉਹਨਾਂ ਨੂੰ ਪਤਾ ਨਹੀਂ ਵੀ ਕੀ ਜਿਸ ਵੇਲੇ ਉਹਨੇ ਦੇਖਿਆ ਵੀ ਇਸ ਤਰ੍ਹਾਂ, ਕਿਉਂਕਿ ਦੇਖੋ ਹੁਣ ਇੱਕ ਸਾਡਾ ਭਰਾ ਲੱਗਾ ਸੀਗਾ ਇੱਥੇ ਕਿਸ ਮੀਡੀਆ ਤੇ, ਜਿਹੜੇ ਮੀਡੀਆ ਤੇ ਪ੍ਰੋਗਰਾਮ ਕਰਦਾ ਸੀ, ਉਹਨੂੰ ਕਮੀਜ਼ ਤੋਂ ਫੜ ਕੇ ਖਿੱਚਿਆ ਗਿਆ। ਉਹ ਕਿਸੇ ਨੇ ਫੇਸਬੁੱਕ ਤੇ ਦੇਖਿਆ ਲਾਈਵ ਚੱਲ ਰਿਹਾ, ਉਹ ਕਹਿੰਦੇ ਭਾਈ ਸਾਹਿਬ ਆ ਤਾਂ ਬਿਲਕੁਲ ਗੱਲ ਗਲਤ ਹੈ। ਉਹ ਪ੍ਰੈਜ਼ੈਂਟਰ ਹੈ ਬੰਦਾ, ਹਾਂਜੀ, ਰੇਡੀਓ ਤੇ ਕਾਫੀ ਚਿਰ ਉਹਨੇ ਕੰਮ ਕੀਤਾ। ਦੇਖੋ ਅਸੀਂ ਆਪਣੇ ਭਰਾਵਾਂ ਦੇ ਨਾਲ ਇਹਦਾ ਖਿੱਚੋ ਧੀਕਾ ਕਰਨ ਲੱਗ ਪਏ, ਤੇ ਦੇਖੋ ਬਾਕੀ ਦੁਨੀਆ ਦੇਖ ਰਹੀ ਆ ਕੀ ਹੋ ਰਿਹਾ। ਤੇ ਉਹ ਜਿਹੜਾ ਸੈਕਟ ਜਾਂ ਕੋਈ ਸਟੇਜ ਸੈਕਟਰੀ ਹੁੰਦਾ, ਉਹਨੂੰ ਬੜਾ ਸ਼ਾਂਤਮਈ ਤਰੀਕੇ ਨਾਲ ਮਾਨਕ ਜੀ ਕੰਮ ਕਰਨਾ ਪੈਂਦਾ ਹੈ। ਬਾਜੀ ਵੇਲੇ ਕੋਈ ਬੰਦਾ ਕੋਈ ਗਾਲਾਂ ਦਿੰਦਾ, ਇਸ ਕਰਕੇ ਜਿਆਦੇ ਹੈ ਨਾ। ਦੇਖ ਲਓ ਇਦਾਂ ਟੁੱਟੇ ਪਹਿਲਾਂ ਆਪਾਂ ਜਿਹੜੇ ਭਗਵਾਨ ਵਾਲਮੀਕੀ ਦਾ ਕਿਤੇ ਵੀ ਰੱਖੋ ਮੀਡੀਆ 'ਚ ਆਪਾਂ ਬਣਾਇਆ ਸੀਗਾ ਤਾਂ ਕਿੰਨੀ ਸੰਗਤ ਜੁੜੀ ਸੀ, ਖੁਸ਼ ਹੋ ਗਏ ਸੀ ਸਾਰੇ ਵੀ ਹਾਂ ਵੀ ਠੀਕ ਹੈ। ਦੁਬਾਰੇ ਦੂਏ ਤੀ ਕਿੱਦਾਂ ਇਹ ਕਿਹਦੀਆਂ ਗਲਤੀਆਂ, ਉਹਨਾਂ ਲੋਕਾਂ ਦੀਆਂ ਗਲਤੀਆਂ ਆ ਜਿਨ੍ਹਾਂ ਨੇ ਜਾ ਕੇ ਇਸ ਮੰਦਿਰ 'ਚ ਹੋਰ ਕਹਿਤਾ, ਦੂਸਰੇ ਮੰਦਿਰ 'ਚ ਗੱਲ ਹੋਰ ਕਰਤੀ, ਤੀਸਰੇ ਜਾ ਕੇ ਹੋਰ ਕਰਦਾ। ਇਹ ਮੈਨੂੰ ਇਸ ਗੱਲ ਬਾਰੇ ਪੂਰਾ ਪਤਾ। ਹਾਂਜੀ। ਤੇ ਇਸ ਕਰਕੇ ਮਤਲਬ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਾਂ ਦੇਖੋ ਆਪਣੇ ਭਰਾ ਆ, ਆਪਾਂ ਉਹਨਾਂ ਨੂੰ ਸਹੀ ਗੱਲ ਦੱਸੀਏ ਵੀ ਐਸਾ ਨਹੀਂ, ਏਦਾਂ ਉਹੀ ਗੱਲ ਅੱਗੇ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਜਾਣ ਕੇ ਉੱਥੇ ਚੇਂਜ ਕਰ ਦੋ ਜਾਂ ਕਿਸ ਤਰ੍ਹਾਂ। ਬਾਜੀ ਵੇਲੇ ਦੇਖੋ ਜੀ ਆਪਾਂ ਕਿਸੇ ਗੁਰੂ ਘਰ ਗਏ ਸੀ, ਤੁਸੀਂ ਵੀ ਨਾਲੇ ਸੀ, ਰਾਣਾ ਜੀ ਵੀ ਨਾਲ ਸੀ, ਮੈਂ ਕਿਹਾ ਨਾਲੇ ਸੀ। ਆਪਾਂ ਕਿਤੇ ਗਏ, ਉਹਨੇ ਕਿਹਾ ਵੀ ਇੰਨੇ ਵਜੇ ਤੁਸੀਂ ਇਹ ਸਾਡਾ ਪ੍ਰੋਗਰਾਮ ਇੰਨੀ ਤਰੀਕ ਨੂੰ ਲਾ ਦਿਓ। ਆਪਾਂ ਦੇਖ ਲਓ ਉੱਥੇ ਕਿਹਾ ਸੀ ਵੀ ਹਾਂ ਵੀ ਪ੍ਰੋਗਰਾਮ ਤੁਹਾਡਾ ਚੱਲੂਗਾ, ਲਾ ਦੇਵਾਂਗੇ। ਹਾਂਜੀ। ਮੰਨ ਲਓ ਨਹੀਂ ਵੀ ਸਾਰਿਆਂ ਜਾਣੇ ਕਹਿਤਾ ਵੀ ਨਹੀਂ ਲੱਗੂਗਾ ਪ੍ਰੋਗਰਾਮ, ਉੱਥੇ ਫਿਰ ਹੋਰ ਕੁਝ ਚੇਂਜ ਕਰਕੇ ਲਾਇਆ। ਤੇ ਦੇਖੋ ਉਹ ਜਿਹੜੀ ਸੰਗਤ ਉੱਥੇ ਦੀ ਹੈ, ਅਕਸਰ ਨੇ ਅਨਾਉਂਸ ਕੀਤਾ, ਗੁਰੂ ਘਰਾਂ ਨੇ ਅਨਾਉਂਸ ਕੀਤਾ ਵੀ ਇੰਨੇ ਵਜੇ ਇਹ ਜਿਹੜਾ ਪ੍ਰੋਗਰਾਮ ਹੈ ਸ਼ੁਰੂ ਹੋ ਜਾਣਾ ਜੀ।
ਉਹ ਲੋਕਾਂ ਦੀ ਉਹਨਾਂ ਜਿਹੜੇ ਲੋਕ ਹੈ ਉਹ public ਹੈ, ਬੈਠੇ ਦੇਖਦੇ ਸੀ। ਮਨ ਕੀ ਕਹਿੰਦੇ ਹੋਣਗੇ, ਹਾਂਜੀ। ਉਹ ਵਿਚਾਰੇ ਤਿਆਰ ਪਰ ਤਿਆਰ ਬੈਠੇ ਸੀ। ਹਾਂਜੀ। ਇਸ ਕਰਕੇ ਜਿਹੜੇ ਆਪਾਂ ਦੇਖੋ ਆਪਾਂ ਸੰਗਤ ਨੂੰ ਜੋੜਨਾ ਜਾਂ ਤੋੜਨਾ, ਇਸ ਕਰਕੇ ਏਕਤਾ ਟੀਵੀ ਨੇ ਪਿਆਰੀ ਸਾਧ ਸੰਗਤ ਜੀ ਹਾਂਜੀ। ਸਾਡਾ ਕਿਸੇ ਨੂੰ ਕੋਈ ਬੈਰ ਵਿਰੋਧ ਨਹੀਂ। ਏਕਤਾ ਟੀਵੀ ਨੇ ਆਪਾਂ ਸਾਰਾ ਸੋਚ ਸਮਝ ਕੇ ਜਿਹੜਾ ਹੈ ਨਾ ਸੁਨਿਆਰ ਸਾਹਿਬ ਸਾਰੀਆਂ ਕਾਲ ਆਈ, ਲੈ ਲਈ ਆਪਾਂ ਪਲੀਜ਼। ਜੀ ਹੈਲੋ ਜੈ ਗੁਰਦੇਵ ਜੀ, ਜੈ ਗੁਰਦੇਵ ਜੀ। ਹੈਲੋ, ਹਾਂਜੀ ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਹਾਂਜੀ ਬੰਗੜ ਸਾਹਿਬ, ਕੀ ਕਹੋਗੇ ਪ੍ਰੋਗਰਾਮ ਬਾਰੇ? ਇਹ ਪ੍ਰੋਗਰਾਮ ਤੁਹਾਡਾ ਬਹੁਤ ਨਾਈਸ ਜਾ ਰਿਹਾ ਬਹੁਤ ਬਹੁਤ ਥੈਂਕ ਯੂ ਜੀ। ਤੇ ਆਪਣੇ ਜਾਣੀ ਕਿ ਜਿਹੜਾ ਅਨਾਉਂਸਮੈਂਟ ਕੀਤੀ ਆ ਆਪਣੇ ਪੈਸਿਆਂ ਦੀ, ਹਾਂਜੀ ਹਾਂਜੀ, ਉਹ ਮੈਂ ਤੁਹਾਨੂੰ ਆਪਣੇ ਆ ਕੇ ਨੰਗਦੇ ਵੜਦੇ ਲੈ ਜਾਇਓ। ਚੱਲ ਆਹ ਤਾਂ ਹੋਈ ਨਾ ਗੱਲ, ਇਦਾਂ ਦੇ ਫੋਨ ਕਰੀ ਜਾਇਆ ਕਰੋ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਬੰਗੜ ਸਾਹਿਬ, ਓਕੇ, ਥੈਂਕ ਯੂ। ਬਹੁਤ ਬਹੁਤ ਥੈਂਕ ਯੂ ਸਾਥੀਓ। ਇਹ ਸਨ ਰੂਪ ਲਾਲ ਬੰਗੜ ਜੀ, ਜਿਨ੍ਹਾਂ ਨੇ 125 ਪਾਉਂਡ ਸੇਵਾ ਕੀਤੀ ਆ। ਉਹ ਕਹਿੰਦੇ ਵੀ ਜਦ ਮਰਦੀ ਜਾਂਦੇ ਆਉਂਦੇ ਲੈ ਜਾਓ। ਹਾਂਜੀ ਸੁਨਿਆਰ ਸਾਹਿਬ ਆਪਣੀ ਗੱਲ ਜਾਰੀ। ਆਪਾਂ ਮਾਨ ਜੀ ਆਪਾਂ ਰਾਣਾ ਜੀ ਇਹ ਚਾਹੁੰਦੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਇਦਾਂ ਦੀ ਕੋਈ ਹਰਕਤ ਨਾ ਹੋਵੇ। ਹਾਂਜੀ ਸੰਗਤ ਨੂੰ ਆਪਾਂ ਜਿੱਦਾਂ ਸੱਚਾਈ ਦੱਸੀਏ ਹਾਂਜੀ ਤੇ ਉਹਨਾਂ ਦੀ ਆਓ ਭਾਤ ਕਰੀਏ। ਇਹ ਨਹੀਂ ਬਜਾਣ ਕੇ ਆਪਾਂ ਬਾਹਰ ਕੁਝ ਹੋਰ ਪਈਏ ਹਾਂਜੀ ਤਾਂ ਇੱਥੇ ਉਹਨਾਂ ਦਾ ਆਇਨ ਆਪਾਂ ਕੋਈ ਹੋਰ ਉਹਨਾਂ ਨੂੰ ਬਿਹੇਵੀਅਰ ਕਰੀਏ। ਹਾਂਜੀ। ਇਸ ਕਰਕੇ ਸਾਰਾ ਸੋਚ ਸਮਝ ਕੇ ਸਾਰੇ ਜਿੰਨੇ ਵੀ ਇੱਥੇ ਬੰਦੇ ਆ ਸਾਰੇ ਸੂਝਵਾਨ ਆ। ਇਦਾਂ ਨਹੀਂ ਬਜਾਣ ਕੇ ਵੀ ਮੈਂ ਮੇਰੀ ਕਰਨ ਵਾਲਿਆ, ਜੇ ਮੰਨ ਕੇ ਤਾਂ ਮੰਨ ਕੇ ਇਦਾਂ ਕਰ ਲਓ, ਰਟਰਾਜ ਦਾ ਕਰ ਲੈਂਦੇ ਆ, ਰਾਣਾ ਜੀ ਨੂੰ ਕਹੋ ਲਓ ਕੋਈ ਗੱਲ ਨਹੀਂ। ਸੋ ਬਹੁਤ ਬਹੁਤ ਧੰਨਵਾਦ ਹਾਂਜੀ। ਇਸ ਕਰਕੇ ਸਾਥੀਓ ਵੀ ਕਿੱਦਾਂ ਆਪਾਂ ਇੱਕੋ ਜਿਹਾ ਰਹਿਣਾ। ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਜੀ। ਹਲੋ, ਤੁਹਾਨੂੰ ਤਿੰਨਾਂ ਨੂੰ ਬਹੁਤ ਬਹੁਤ ਪਿਆਰ ਕਰੀ ਗਿਆ ਕਿ ਪ੍ਰੋਗਰਾਮ ਆ ਜੀ ਦਾ ਬਹੁਤ ਵਧੀਆ ਜਾ ਰਿਹਾ। ਬਹੁਤ ਬਹੁਤ ਧੰਨਵਾਦ ਸਰਪੰਚ ਜੀ। ਬਾਕੀ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਕਿਸੇ ਦੀਆਂ ਆਪਣੀਆਂ ਕਰਦੇ ਹਾਂ। ਹਾਂਜੀ। ਪਹਿਲੀ ਜਿਹੜਾ ਹੈ ਇਨਸਾਨ ਜਿਹੜਾ ਹੁੰਦਾ, ਇਨਸਾਨ ਨਾਲ ਜਦੋਂ ਇਨਸਾਨ ਕੋਈ ਬਹੁਤ ਬੇਈਮਾਨ ਹੋ ਜੇ, ਹਾਂਜੀ ਉਹ ਜਿਹੜਾ ਦਾਦੂ ਕੁੱਤਾ ਨਾ, ਦਾਦੂ ਜਿਹੜਾ ਹਲਕਾ ਕੁੱਤਾ ਕਹਿੰਦੇ, ਹਲਕੇ ਕੁੱਤੇ ਨਾਲ ਉਹ ਇਨਸਾਨ ਭੈੜਾ ਹੁੰਦਾ। ਹਾਂਜੀ ਕਿਉਂਕਿ ਹਲਕੇ ਕੁੱਤੇ ਤੋਂ ਬੰਦਾ ਬਚ ਸਕਦਾ। ਹਾਂਜੀ। ਜਿਹੜੇ ਦਵਾ ਪਾਉਂਦੇ ਹਲਕਾ ਕੁੱਤਾ ਦਾ ਕੋਈ ਇੱਧਰ ਉੱਧਰ ਹੋ ਜਾਂਦਾ ਬੰਦਾ। ਹਾਂਜੀ। ਜਿਹੜਾ ਇਨਸਾਨ ਬੇਈਮਾਨ ਹੋਵੇ ਹਾਂਜੀ। ਉਹਦੇ ਤੋਂ ਬਚਾਅ ਕਰਨਾ ਬੜਾ ਮੁਸ਼ਕਿਲ ਹੈ। ਹਾਂਜੀ ਕਿਉਂਕਿ ਇਹ ਜਿਹੜਾ ਬੇਈਮਾਨ ਇਨਸਾਨ ਹੁੰਦਾ ਇਹ ਦਾਦੂ ਕੁੱਤੇ ਨਾਲ ਭੈੜਾ ਹੁੰਦਾ। ਇਹ ਆਪਾਂ ਇਹਨਾਂ ਗੱਲਾਂ ਨੂੰ ਨਹੀਂ ਕਹਿੰਦੇ। ਆਪਾਂ ਆਪਣੇ ਇਸੇ ਟੀਵੀ ਨੂੰ ਏਕਤਾ ਟੀਵੀ ਨੰਬਰ 1 ਤੇ ਲਿਜਾਵਾਂਗੇ। ਹਾਂਜੀ। ਜਿੰਨੀ ਹੋ ਸਕੇ ਰਲ ਕੇ ਮਦਦ ਕਰਾਂਗੇ। ਸੰਗਤ ਬਹੁਤ ਨਾਲ ਜੁੜ ਰਹੀ ਹੈ, ਘਬਰਾਉਣ ਦੀ ਗੱਲ ਨਹੀਂ। ਇਹ ਪਾਣੀ ਸੋਚਾ ਮਾਰੇ ਦੋਹਾਂ ਵਾਲੀ ਗੱਲ ਨਹੀਂ। ਇਹ ਸੰਗਤ ਟੀਵੀ ਜਿਹੜਾ ਨਿਕਾਲ ਦਾ ਹੋਰ ਕੋਈ ਟੀਵੀ ਨਿਕਾਲ ਜਾਂ ਕੋਈ ਕੈਸੀ ਟੀਵੀ ਹੈ, ਇਹ ਏਕਤਾ ਟੀਵੀ ਤੇ ਏਕਤਾ ਰਹੂਗੀ। ਤੇ ਏਕਤਾ ਨੂੰ ਤੋੜਨ ਵਾਲਾ ਸਾਡੇ ਦੁਨੀਆ ਤੇ ਕੋਈ ਆ ਨਹੀਂ। ਤਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਇਹ ਟੀਵੀ ਕਿੰਨੇ ਦਿਨ ਰਾਤ ਕੋਸ਼ਿਸ਼ਾਂ ਕਰੂਗਾ। ਜੈ ਗੰਦੇ। ਬਹੁਤ ਬਹੁਤ ਧੰਨਵਾਦ। ਸੋ ਸਾਥੀਓ ਇਸ ਤਰ੍ਹਾਂ ਸਰਪੰਚ ਜੀ ਬੁਲਵਾਹੰਡ ਤੋਂ ਬੜੇ ਨੇ ਧੜਕਵਾ ਸੇਵਾ ਹਰ ਜਗ੍ਹਾ ਕਰਦੇ ਰਹਿੰਦੇ। ਹੁਣ ਵੀ ਉਹਨੇ ਵਾਅਦਾ ਕਰਤਾ ਖਰਿਆ ਘੜੀ ਕਿਤੇ ਆ ਜਾਣਾ ਉਹਨਾਂ ਦਾ ਫੋਨ 'ਤੇ, ਲਓ ਜੀ ਮੇਰੇ ਇੰਨੀ ਸੇਵਾ। ਸੋ ਬਹੁਤ ਬਹੁਤ ਧੰਨਵਾਦ ਸਰਪੰਚ ਜੀ। ਹਾਂਜੀ ਤੁਹਾਡੇ ਵਿਚਾਰ ਮੈਂ ਕਿਹਾ ਹੋ ਗਿਆ ਕੰਪਲੀਟ। ਹਾਂਜੀ ਹਾਂਜੀ। ਸੋ ਸਾਡੇ ਕਸਤੂਰੀ ਲਾਲ ਜੀ ਬਿਲਡਰ ਸਾਹਿਬ, ਕਸਤੂਰੀ ਲਾਲ ਕਲੇਰ ਜੀ, ਉਹਨਾਂ ਨੇ ਵੀ ਖੜੇ ਪੈਰੀ ਕਹਿਤਾ ਵੀ ਮੇਰੇ ਨੂੰ 21 ਪਾਉਂਡ ਸੇਵਾ ਬੱਲੇ ਬਿਆਨ ਤੋਂ ਆ ਜੀ। ਕਸਤੂਰੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤਕਰੀਬਨ ਸੇਵਾ ਕਰਦੇ ਹੀ ਰਹਿੰਦੇ ਆ, ਅੱਧੀ ਰਾਤ ਨੂੰ ਭਾਵੇਂ ਫੋਨ ਕਰ ਦਈਏ ਪਿਆ ਦਰਵਾਜ਼ਾ ਐਂ ਨੂੰ ਕਹਿਣਾ ਤੇ ਉਹ ਤੱਕ ਗਿਆ ਨੂੰ ਕਹਿਣਾ, ਕਹਿੰਦੇ ਮੈਂ ਹਾਜ਼ਰ ਹਾਂ, ਗੱਲੇ ਕੋਈ ਨਹੀਂ। ਸੋ ਸਾਥੀਓ ਬਹੁਤ ਬਹੁਤ ਧੰਨਵਾਦ ਜਿਹੜੇ ਇੱਦਾਂ ਸੇਵਾਦਾਰ ਕਰਦੇ ਆ ਸੇਵਾ, ਖੜੇ ਪੈਰ ਭਾਵੇਂ ਜਿੱਦਾਂ ਵੀ ਹੋਵੇ ਸੇਵਾ ਕਰਨੀ ਚਾਹੀਦੀ, ਬੜੀ ਵੱਡੀ ਤੰਦਰੁਸਤੀ ਰਹਿੰਦੀ ਹੈ। ਸੋ ਬਹੁਤ ਬਹੁਤ ਧੰਨਵਾਦ ਸੁਨਿਆਰ ਜੀ। ਸੋ ਮੈਂ ਬਲਦੇਵ ਰਾਣਾ ਸੁਰੇਸ਼ ਜੀ ਨੂੰ ਇੱਕ ਵਿਚਾਰ ਕਰਨ ਲੱਗਾ ਜੀ ਤੇ ਆ ਪ੍ਰੈਜੈਂਟਿੰਗ ਦਾ ਕੰਮ ਆਪਾਂ ਹਜੇ ਸਿੱਖਦੇ ਹਾਂ ਜੀ। ਤੇ ਦੂਜੇ ਮੀਡੀਆ ਤੇ ਰੌਲਾ ਵੀ ਪੈ ਗਿਆ, ਹੋਰ ਜਿਹੜੇ ਮੀਡੀਆ ਆ ਤੇ ਉੱਥੇ ਸਾਰੇ ਹੀ ਪ੍ਰੈਜੈਂਟਰ ਵਾ। ਜੀ। ਇਹ ਜਿਹੜਾ ਆਪਾਂ ਇੱਕੋ ਜਿਹਾ ਬਣ ਕੇ ਰਹਿੰਦੇ ਉਹਦੀ ਸਫਲਤਾ ਆ ਜਾਂ ਕੀ ਕਹੋਗੇ ਇਹਦੇ ਬਾਰੇ ਵਿੱਚ? ਮਾਨਕ ਜੀ ਸਵਾਲ ਤੁਹਾਡਾ ਬਹੁਤ ਵਧੀਆ ਹੈ। ਜਿਹੜੀ ਤੁਸੀਂ ਗੱਲ, ਇਨਸਾਨ ਕੋਈ ਵੀ ਪੂਰਾ ਨਹੀਂ ਹੋ ਸਕਦਾ। ਹਾਂਜੀ ਇਨਸਾਨ ਸਿੱਖਦਾ ਸਿੱਖਦਾ ਹੀ, ਚਾਹੇ ਉਹ ਗਾਇਕੀ ਲੈ ਲਓ, ਚਾਹੇ ਪ੍ਰੈਜੈਂਟਿੰਗ ਲੈ ਲਓ, ਚਾਹੇ ਕੋਈ ਵੀ ਕੰਮ ਲੈ ਲਓ। ਕਿਉਂਕਿ ਅਗਰ ਜੇ ਉਹ ਆਪਣੇ ਵਿੱਚ ਫਤੂਰ ਆ ਜਾਵੇ, ਉਹ ਘਮੰਡ ਆ ਜਾਵੇ, ਹੰਕਾਰ ਆ ਜਾਵੇ ਕਿ ਲਓ ਜੀ ਮੇਰੇ ਤੋਂ ਵਧੀਆ ਕੋਈ ਕਰ ਹੀ ਨਹੀਂ ਸਕਦਾ, ਤੇ ਫਿਰ ਉਹ ਮੈਂ ਕਹਿੰਦਾ ਕਿ ਇੱਕ ਮੂਰਖਤਾ ਹੈ ਔਰ ਇਹ ਕੋਈ ਗੱਲ ਚੰਗੀ ਨਹੀਂ। ਔਰ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਕਦੀ ਵੀ ਪੂਰੇ ਨਹੀਂ ਹੋ ਸਕਦੇ, ਹਮੇਸ਼ਾ ਇਨਸਾਨ ਨਿਮ ਕੇ ਰਵੇ, ਨਿਮਰਤਾ 'ਚ ਰਵੇ ਤੇ ਸਭ ਕੁਝ ਪ੍ਰਾਪਤ ਕਰ ਸਕਦਾ ਹੈ। ਔਰ ਨਾਲ ਗੱਲ ਜਿਹੜੀ ਬਣ ਗਈ, ਇੱਕ ਹੋਰ ਬਹੁਤ ਗੱਲ ਦਾ ਉਛਾਲਾ ਉਛਲਦਾ ਹੈ। ਹਾਂਜੀ, ਉਹ ਵਿਚਾਰਾਂ ਤਾਂ ਕਰਨ ਬੈਠ ਜਾਂਦੇ ਹਾਂ ਕਿ ਲੋ ਜੀ ਏਕਤਾ ਕਿੱਦਾਂ ਹੋਊਗੀ। ਹਾਂਜੀ, ਹੁਣ ਏਕਤਾ ਕਿਸੇ ਦੀ ਮਾਸੀ ਜਾਂ ਕਿਸੇ ਦੀ ਭੂਆ ਜਾਂ ਕਿਸੇ ਦੀ ਫੂਫੀ ਤਾਂ ਹੈ ਨਹੀਂ ਕਿ ਜਿਹੜੀ ਫੜ ਕੇ ਲਿਆ ਕੇ ਏਕਤਾ ਹੋ ਜਾਊਗੀ। ਏਕਤਾ ਕਰਨ ਦੇ ਲਈ ਆਪਣੇ ਮਨਾਂ ਦੇ ਵਿੱਚ ਜਿਹੜਾ ਨਾ ਕਹਿ ਦੋ ਫਤੂਰ ਭਰਿਆ ਆ, ਜਿਹਨੂੰ ਪੰਜਾਬੀ 'ਚ ਆਪਾਂ ਗੰਦ ਵੀ ਕਹਿੰਦੇ ਨੇ, ਗੰਦ ਭਰਿਆ ਆ, ਜਦ ਤੱਕ ਅਸੀਂ ਉਹ ਆਪਣੇ ਮਨ ਨੂੰ ਸਾਫ਼ ਨਹੀਂ ਕਰਦੇ
ਤੇ ਤਨ ਨੂੰ ਤਾਂ ਬਾਅਦ ਹੀ ਸਾਫ਼ ਕਰਾਂਗੇ, ਪਹਿਲਾਂ ਮਨ ਨੂੰ ਸਾਫ਼ ਕਰੋ, ਫਿਰ ਹੀ ਆਪਾਂ ਇਹ ਗੱਲ ਜਿਹੜੀ ਵਿਚਾਰ ਕਰ ਸਕਦੇ ਹਾਂ। ਕਿਉਂਕਿ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ, ਕੰਮ ਕਰਕੇ ਦਿਖਾਣੇ ਬੜੇ ਔਖੇ। ਮਾਨਕ ਜੀ, ਕਿਉਂਕਿ ਸਾਨੂੰ ਤਾਂ ਪਤਾ ਹੀ ਹੈ, ਕਹਿੰਦੇ ਹੁੰਦੇ ਆ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ ਜੀ। ਗੱਲਾਂ ਕਰਨੀਆਂ ਜਿੰਨੀ ਮੜੀ ਬਹੁਤ ਸਖਾਲੀਆਂ ਨੇ ਜੀ ਜੀ ਜਿਹੜੇ ਸੇਵਾ ਕਰ ਗਏ। ਅਸੀਂ ਤਾਂ ਹਜੇ ਕੋਸ਼ਿਸ਼ ਹੀ ਕਰਦੇ ਹਾਂ। ਜੀ ਜਿਹੜੇ ਸੇਵਾ ਕਰ ਗਏ ਉਹਨੀ ਬੇਅੰਤ ਮੁਸੀਬਤਾਂ ਚੱਲੀਆਂ ਨੇ। ਜੀ ਜੀ ਬੰਦਾ ਆਪਣੀ ਸ਼ੋਹਰਤ ਨੂੰ ਕਦੇ ਛੱਡਦਾ ਨਹੀਂ, ਬੰਦਾ ਆਪਣੀ ਸ਼ੋਹਰਤ ਨੂੰ ਕਦੇ ਛੱਡਦਾ, ਇਹ ਦੇਖ ਕੇ ਆਇਆ ਜੀ। ਆਪਣੀ ਸ਼ੋਹਰਤ ਨੂੰ ਕਦੇ ਛੱਡਦਾ ਨਹੀਂ। ਇੱਕ ਦਿਨ ਹੱਥ ਜ਼ਰੂਰ ਮਲਦਾ ਜੀ। ਜਦੋਂ ਉਹਨੂੰ ਸਾਰਾ ਕੁਝ ਵਾਰ ਕੇ ਕੋਲੋਂ ਗਵਾ ਕੇ ਵਿੱਚੋਂ ਕੁਝ ਲੱਭਦਾ ਨਹੀਂ। ਸੋ ਸਾਥੀਓ, ਅਸੀਂ ਕਿਸੇ ਦੁਖੀ ਦੀ ਬਾਂਹ ਫੜਨੀ ਆ ਜਿਹੜੀ ਮਹਾਮਾਰੀ ਹੋਈ ਆ, ਉਹਨਾਂ ਪਤਾ ਲੱਗ ਗਿਆ ਸਾਰੀ ਦੁਨੀਆ ਨੂੰ ਵੀ ਇੱਥੇ ਤਾਂ ਲੰਗਰ ਚੱਲਦਾ, ਕੋਈ ਫਾਇਦਾ ਨਹੀਂ ਉਹਦਾ। ਜੀ ਲੰਗਰ ਹੈ ਕਿਹਦੇ ਵਾਸਤੇ, ਹੁੰਦਾ ਕਿਹਦੇ ਵਾਸਤੇ। ਮੇਰੀ ਲੜਕੀ ਆ, ਉਹ ਵੀ ਬਾਬਾ ਦੀਪ ਸਿੰਘ ਗੁਰੂ ਘਰ ਨਿਆਣੇ ਇਕੱਠੇ ਹੋ ਗਏ, ਕੁਝ ਜੰਗ ਸੇਵਾ ਕਰਦੇ ਰਹਿੰਦੇ ਆ। ਜੀ ਜੀ ਮੈਂ ਕਿਹਾ ਉਹ ਪੁੱਤ ਬਸ ਕਰੋ ਹੁਣ। ਕਹਿੰਦੀ ਡੈਡੀ ਲੋਕੀ ਭੈ ਪੀਤ ਹੋਇਓ ਘਰੀ ਬੈਠੇ ਆ, ਉਹ ਡਰਦੇ ਬਾਹਰ ਨਹੀਂ ਹਜੇ ਨਿਕਲਦੇ। ਜੀ ਜੀ ਅਸੀਂ ਉਹਨਾਂ ਨੂੰ ਲੰਗਰ ਪਹੁੰਚਦਾ ਕਰਦੇ ਹਾਂ। ਸੋ ਸਾਥੀਓ, ਅਸੀਂ ਵੀ ਇੱਥੋਂ ਜਿਸ ਤਰ੍ਹਾਂ ਸਾਡੇ ਸਤਪਾਲ ਸਰੋਏ ਜੀ ਉਹ ਵੀ ਇੰਡੀਆ ਗਏ ਹੋ ਸੀ, ਦੇਖ ਰਿਹਾ ਮੈਂ ਵੀ ਜੋ ਵੀ ਇੰਡੀਆ ਗਏ ਹੋ ਸੀ, ਹਜੇ 2-4 ਫਸੇ ਹੋ ਆ ਹੋਰ। ਉਹ ਕਹਿੰਦੇ ਵੀ ਉੱਥੇ ਲੰਗਰ ਦੀ ਇਸ ਤਰੀਕੇ ਨਾਲ ਸਮਝਦਾਰੀ ਲੋਕਾਂ ਨੂੰ ਆ ਗਈ। ਕਈਆਂ ਨੇ ਤਾਂ ਡੋਰ ਖੋਲ ਕੇ, ਹਾਂਜੀ ਕਿੱਦਾਂ ਆਈ ਸੰਗਤ ਜੀ, ਕਿੱਦਾਂ ਸਾਡੇ ਸਿੱਖ ਭਰਾ ਹੀ ਸੀਗੇ ਸਾਰੇ ਪੰਜਾਬੀ, ਕਿੱਦਾਂ ਆਈ ਜੀ, ਅਸੀਂ ਤੁਹਾਡੇ ਵਾਸਤੇ ਰੋਟੀ ਪ੍ਰਸ਼ਾਦਾ ਲੈ ਕੇ ਆ। ਕਹਿੰਦੇ ਨਹੀਂ ਜੀ, ਸਾਡੇ ਘਰ ਬੜਾ ਸੋਹਣਾ ਪੱਕਦਾ, ਜਿਨ੍ਹਾਂ ਨੂੰ ਆਸ ਹੀ ਨਹੀਂ ਉਹਨਾਂ ਨੂੰ ਜਾ ਕੇ ਦਿਓ। ਸਾਥੀਓ, ਇੰਨੀ ਵੱਡੀ ਇਹ ਮਹਾਮਾਰੀ ਆਈ ਆ। ਸੋ ਮੈਂ ਸਾਡੇ ਧਰਮਪਾਲ ਸਨਿਆਰ ਜੀ ਨੂੰ ਬੇਨਤੀ ਕਰਨ ਲੱਗਾ, ਤੇ ਇਹਦੇ ਬਾਵਜੂਦ ਵੀ, ਕਿਉਂਕਿ ਸਾਡੀ ਟੌਪਿਕ ਇਹ ਆ ਵੀ ਅਸੀਂ ਆਪਸੀ ਫਿਊਚਰ ਲਈ ਕਿੱਦਾਂ ਖਿਆਲ ਰੱਖਣਾ, ਇਹਦੇ ਬਾਵਜੂਦ ਵੀ ਲੋਕ ਟਲਦੇ ਨਹੀਂ। ਉਹ ਰਾਸ਼ਨ ਸੁੱਕਾ ਦੇਣ ਜਾਂਦੇ ਆ, ਉਹ ਕਹਿੰਦੇ ਹੈ ਨਹੀਂ, ਆ ਲਓ ਜੀ ਤੁਹਾਨੂੰ ਆਇਆ ਨਹੀਂ, ਕਹਿੰਦੇ ਆਇਆ ਹੀ ਨਹੀਂ, 1 2 3 4 5 ਤੋਂ ਜਮ੍ਹਾਂ ਕਰਕੇ ਰੱਖ ਲਿਆ। ਬਾਅਦ 'ਚ ਪਤਾ ਲੱਗਾ ਉਹ ਵੇਚਦੇ ਸੀਗੇ। ਉਹ ਕਿਤੇ ਟੈਕਨੀਕ ਇੱਥੋਂ ਤਾਂ ਨਹੀਂ ਗਈ। ਕੋਈ ਸੇਵਾ ਸਾਡੇ ਮੁੰਡੇ ਜਿਹੜੇ ਜਗੀਰ ਸਿੰਘ ਜੱਗੀ ਹੁਣੀ, ਉਹ ਸੇਵਾ ਕਰਦੇ ਸੀ ਤੇ ਫੋਟੋ ਦਾ ਬੜਾ ਫਾਇਦਾ ਲਿਆ ਗਿਆ। ਉਹ ਸੇਵਾ ਵਿਚਾਰੇ ਉਹ ਕਰਦੇ ਸੀ, ਕਿਸੇ ਹੋਰੇ ਪਾਸੇ ਨੂੰ ਚੱਲੀ ਸੀ। ਇਹਦੇ ਬਾਰੇ ਕੀ ਕਹੋਗੇ ਜਿਹੜੇ ਲੋਕੀ ਦਾ ਟ੍ਰਿਕਾਂ ਦੀਆਂ ਮਾਰਨ ਲੱਗ ਪੈਂਦੇ? ਹਾਂਜੀ ਦੇਖੋ ਮਾਨਕ ਜੀ, ਜਿਹੜੀ ਹੈ ਨਾ ਮਤਲਬ ਜਿਹੜੀ ਸੱਚੀ ਗੱਲ ਹੈ ਨਾ, ਹਰ ਇੱਕ ਨੂੰ ਚੰਗੀ ਲੱਗਦੀ ਹੈ। ਹਾਂਜੀ, ਝੂਠ ਇੱਕ ਨਾ ਇੱਕ ਦਿਨ ਉਹ ਫੜਿਆ ਜਾਂਦਾ। ਹਾਂਜੀ, ਇਹ ਨਹੀਂ ਵੀ ਨਹੀਂ ਵੀ ਫੜ ਨਹੀਂ ਹੁੰਦਾ। ਏਕਤਾ ਟੀਵੀ ਤੇ ਰੌਣਕਾਂ ਦੇਖ ਰਹੇ ਸਾਡੇ ਸਾਥੀ ਵੀਰ ਭੈਣੋ ਤੇ ਭਰਾਵੋ, ਸੋ ਹਾਲਾਤ ਕਿਸੇ ਦੇ ਵੀ ਮਿੱਤ ਨਹੀਂ ਹੁੰਦੇ, ਪਰ ਆਪਾਂ ਮਿੱਤ ਬਣ ਕੇ ਰਹਿਣਾ। ਜਿਸ ਤਰ੍ਹਾਂ ਜਿੰਨੀ ਦੁਨੀਆ ਸਾਡੀ ਬਾਹਰ ਬੈਠੀ ਆ, ਇਹਦੇ ਨਾਲੋਂ ਜ਼ਿਆਦਾ ਦੁਨੀਆ ਤੰਗ ਸਾਡੇ ਮੁਲਕ ਵਿੱਚ ਬੈਠੀ ਆ। ਇੱਕ ਫਿਲਮ ਆਈ ਸੀ ਜਿਹਦੇ ਵਿੱਚ ਦੁੱਧ ਦੀ ਕਦਰ, ਕੱਪੜੇ ਲੀੜੇ ਦੀ ਕਦਰ, ਚਾਦਰ ਦੀ ਕਦਰ, ਆ ਦੀਵਾ ਬੱਤੀ ਚਿਰਾਗ ਦੀ ਕਦਰ ਸਮਝਾਈ ਹੈ। ਬਿਲਕੁਲ, ਸ਼ਾਇਦ ਇਡੀਅਟ ਸੀ ਉਹਦਾ ਨਾਮ। ਉਹਦੇ ਵਿੱਚ ਸਮਝਾਇਆ ਗਿਆ ਬਿਲਕੁਲ ਚੰਗੀ ਤਰ੍ਹਾਂ ਵੀ ਅਸੀਂ ਦਾਨ ਕੀ ਤੇ ਕੀ ਕਰ ਸਕਦੇ ਹਾਂ। ਅੱਜ ਕੱਲ੍ਹ ਜੋ ਦਾਨ ਚੱਲਦਾ ਮੀਡੀਆ ਦੇ ਹਿਸਾਬ ਨਾਲ, ਕੋਈ ਕੱਪੜਾ ਲੀੜਾ ਜਾਂ ਕੋਈ ਕੋਟ ਪੈਂਟ ਜਾਂ ਸੁੱਕੇ ਥਾਨ, ਖੁੱਲ੍ਹੇ ਥਾਨ ਜਿਹਨੂੰ ਕਹਿੰਦੇ ਆ, ਜਾਂ ਪੱਕਾ ਰਾਸ਼ਨ ਬਣਿਆ ਬਣਾਇਆ, ਤੇ ਜਾਂ ਕੋਈ ਨੰਗੇ ਪੈਰੀਂ ਗਰੀਬ ਜਾ ਰਿਹਾ ਵਿਚਾਰਾ ਮਜਬੂਰ, ਜੇ ਉਹਨੂੰ ਕਿਤੇ 2-4 ਚੱਪਲਾਂ, ਕੈਂਚੀ ਚੱਪਲਾਂ ਜਿਹੜੀਆਂ ਹੁੰਦੀਆਂ ਦੇਤੀਆਂ, ਤਾਂ ਇਹੋ ਜਿਹੇ ਵਿਦਵਾਨ ਵੀ ਬਾਕੀ ਮੀਡੀਆ ਤੇ ਬੈਠੇ ਬਹੁਤ ਪੜ੍ਹੇ ਲਿਖੇ, ਪੜ੍ਹਾਈ ਖਤਮ ਹੋ ਗਈ, ਕਿਤਾਬਾਂ ਮੁੱਕ ਗਈਆਂ, ਜੇ ਕਿਤੇ ਮਜਬੂਰ ਨੂੰ ਚੱਪਲਾਂ ਦਿੱਤੀਆਂ ਗਈਆਂ 10-20 ਰੁਪਏ ਦੀਆਂ ਹੋਣਗੀਆਂ, ਤਾਂ ਉਹਨੂੰ ਚੱਪਲਾਂ ਨਾਂ ਤੇ ਲੰਗਰ ਨਾਲ ਜੋੜ ਦਿੰਦੇ। ਦੱਸੋ ਕੀ ਕਰੀਏ? ਕੁਝ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ। ਅਸੀਂ ਇਸ ਨੂੰ ਲੰਗਰ ਨਾਲ ਨਹੀਂ ਜੋੜ ਸਕਦੇ। ਤੇ ਜਦੋਂ ਇਹੋ ਜਿਹੀਆਂ ਵਿਚਾਰਾਂ ਲੇਡੀਜ਼ ਕਰਦੀਆਂ ਦੂਜੇ ਮੀਡੀਆ ਤੇ ਸਾਡੇ ਸਾਥੀ ਭਾਵੇਂ ਕੋਈ ਵੀ ਟੀਵੀ ਮੂਹਰੇ ਬੈਠਾ ਹੋਵੇ, ਉਹਨਾਂ ਨੂੰ ਬੜਾ ਦੁੱਖ ਲੱਗਦਾ। ਸੋ ਅਸੀਂ ਸਾਡੇ ਜੋਗਿੰਦਰ ਭਾਜੀ ਦੇ ਦੁੱਖ ਵਿੱਚ ਸ਼ਰੀਕ ਹਾਂ। ਉਹਨਾਂ ਨੂੰ ਚੰਗਾ ਨਹੀਂ ਲੱਗਾ, ਕਿਸੇ ਦੇ ਪੈਰ ਢੱਕ ਦਿੱਤੇ, ਜੁੱਤੀ ਪਵਾਤੀ, ਚੱਪਲਾਂ ਪਵਾਤੀਆਂ ਜਾਂ ਜਰਾਬਾਂ ਪਵਾਤੀਆਂ। ਹੌਲੀ ਹੌਲੀ ਮੈਨੂੰ ਮੈਂ ਦਿਆ ਕਾਪੀਆਂ ਕਿਤਾਬਾਂ ਦਾ ਲੰਗਰ ਵੀ ਕਹਿਣਗੇ, ਜੇ ਇੰਨੀ ਕੁ ਚੁੰਨੀ ਦੇਤੀ ਉਹਦਾ ਵੀ ਲੰਗਰ ਕਹਿਣਗੇ, ਜੇ ਐਡਾ ਕੁ ਟੈਂਪੂ ਤੋੜ ਦਿੱਤਾ, ਇੱਧਰੋਂ ਫੋਟੋ ਲੈ ਲਈ ਉੱਧਰੋਂ ਫੋਟੋ ਲੈ ਲਈ, ਖੜੇ ਪਰ ਖਿੱਚ ਲਈ, ਉਹਨੂੰ ਵੀ ਲੰਗਰੇ ਕਹਿਣਗੇ, ਟੈਂਪੂਆਂ ਦਾ ਲੰਗਰ ਕਹਿਣਗੇ, ਚਲਾਉਣ ਵਾਲਾ ਭਾਵੇਂ ਕੋਈ ਹੋਵੇ ਨਾ। ਸੋ ਸਾਥੀਓ, ਇਹਨਾਂ ਚੀਜ਼ਾਂ ਤੋਂ ਬਚਣਾ। ਜਿਸ ਤਰ੍ਹਾਂ ਹੁਣੇ ਸਾਡੇ 5-6 ਸਾਥੀਆਂ ਨੇ ਇੱਕਦਮ 120 ਪੁਣ ਇਕੱਠੇ ਕਰਕੇ ਫੜਾਤੇ, ਸੋ ਬੜਾ ਚੰਗਾ ਲੱਗਾ। ਸੋ ਇਸੇ ਤਰ੍ਹਾਂ ਦਾਨ ਦੇ ਵਿੱਚ ਆਪਾਂ ਹਿੱਸੇਦਾਰੀ ਕਰਦੇ ਰਹੀਏ, ਕਿਉਂਕਿ ਕਈ ਵਾਰ ਮੀਡੀਆ ਤੇ ਇਹ ਹੁੰਦਾ ਵੀ ਮੇਰੀ ਮੰਨੀ ਜਾਵੇ। ਇਹ ਕੌਮ ਹੀ ਇਹੋ ਜਿਹੀ ਜਿਹਦੇ ਕੋਈ ਪ੍ਰਚਾਰਕ ਤਾਂ ਹੈ ਹੀ ਨਹੀਂ।
ਆਪਣਾ ਕੰਪਿਊਟਰ ਨੰਬਰ ਲੈ ਕੇ ਬਹਿ ਜਾਂਦੇ, ਬਾਕੀ ਭਾਵੇਂ ਦੂਜਿਆਂ ਨਾਲ ਬਣਦੀ ਨਾ ਹੋਵੇ। ਅਸੀਂ ਨਹੀਂ ਇਹ ਕੰਮ ਕਰਨਾ। ਆਉਣ ਵਾਲੇ ਫਿਊਚਰ ਦਾ ਕੋਈ ਪਤਾ ਨਹੀਂ, ਆਪਸੀ ਲਿੰਕ ਇਸ ਹਿਸਾਬ ਨਾਲ ਅਸੀਂ ਜੋੜ ਕੇ ਰੱਖਣੇ ਆ ਤਾਂ ਕਿ ਇਹਨਾਂ ਗੌਰਮੈਂਟਾਂ ਦਾ ਵੀ ਕੁਛ ਨਾ ਕੁਛ ਹਿੱਸਾ ਅਸੀਂ ਵੰਡਾ ਸਕੀਏ। ਇਹਦੇ ਕਰਕੇ ਆਪਸੀ ਲਿੰਕ ਦੀ ਬਹੁਤ ਜ਼ਰੂਰਤ ਆ। ਇਹ ਕੰਮ ਸਾਰਾ ਮੀਡੀਆ ਹੀ ਕਰਦਾ। ਤੁਸੀਂ ਹਜ਼ਾਰਾਂ ਲੱਖਾਂ ਲੋਕ ਮੀਡੀਆ ਵੱਲੋਂ ਦੇਖਦੇ ਆ, ਪਰ ਇਹ ਮੀਡੀਆ ਦੇ ਕੈਮਰੇ ਦੀ ਇੰਨੀ ਗੱਖ ਹੁੰਦੀ ਆ ਜਿਹਦੇ ਨਾਲ ਸਾਰਿਆਂ ਨੂੰ ਉਹ ਬਣਾ ਵੀ ਦਿੰਦਾ, ਇੱਜ਼ਤ ਬਣ ਵੀ ਜਾਂਦੀ, ਡਿੱਗ ਵੀ ਪੈਂਦੀ ਆ। ਸੋ ਜਿਹੜੇ ਪ੍ਰਚਾਰਕ ਹੁੰਦੇ ਆ ਉਹ ਕੌਮ ਦੇ ਥੰਮ ਹੋਇਆ ਕਰਦੇ ਆ। ਸੋ ਇਸ ਕਰਕੇ ਇਹਨਾਂ ਵਿਚਾਰਾਂ ਨੂੰ ਅਸੀਂ ਸਮਝ ਸੋਚ ਕੇ ਚੱਲਣਾ। ਮਦਦ ਤੁਸੀਂ ਕਰਦੇ ਆ ਮੀਡੀਆ ਦੀ ਬਹੁਤ, ਨਹੀਂ ਤਾਂ ਸਾਡੀ ਆ। ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਹਾਂਜੀ, ਕੌਣ? ਚਾਂਦ ਸਾਹਿਬ। ਹਾਂਜੀ, ਜੈ ਗੁਰਦੇਵ ਵੀਰਾ, ਕਿੱਦਾਂ, ਕੀ ਕਹੋਗੇ ਪ੍ਰੋਗਰਾਮ ਬਾਰੇ? ਹਾਂਜੀ, ਤਿੰਨਾਂ ਵੀਰਾਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ, ਧੰਨ ਗੁਰਦੇਵ। ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਪ੍ਰੋਗਰਾਮ ਬਹੁਤ ਅੱਛਾ ਹੈ, ਚੱਲ ਰਿਹਾ ਹੈ। ਬਹੁਤ ਥੈਂਕ ਯੂ ਇਸੇ ਜੀ। ਤਰ੍ਹਾਂ ਕਹਿੰਦੇ ਹਨ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਵੈਰੀ ਗੁੱਡ, ਵੈਰੀ ਗੁੱਡ। ਦੇਖੋ ਕਈ ਲੋਕ ਹੈਗੇ ਆ, ਹਾਂਜੀ, ਤਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਆ, ਹਾਂਜੀ, ਤੇ ਚੱਪਲਾਂ ਦੇ ਨਾਂ ਨਾਲ ਦਾਨ ਵੀ ਮੰਗਦੇ ਆ, ਕੋਈ ਕਿਸੇ ਚੀਜ਼ ਦੇ ਨਾਂ ਨਾਲ ਦਾਨ ਮੰਗਦਾ ਹੈਗਾ। ਹਾਂਜੀ, 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 ਚਲੋ ਠੀਕ ਆ, ਜੇ ਕਿਸੇ ਦਾ ਸੂਤ ਲੱਗਾ ਤਾਂ ਉਹ ਲਾਉਣਾ ਵੀ ਚਾਹੀਦਾ ਹੈਗਾ। ਹਾਂਜੀ, ਹਾਂਜੀ, ਆਪਾਂ ਕਿਸੇ ਨੂੰ ਬਿਲਕੁਲ। ਕਹਿੰਦੇ ਹੁੰਦੇ ਅਖੀਰ ਹਾਂਜੀ, ਜਿਹੜਾ ਮਾੜਾ ਕਰੂਗਾ ਉਹਦਾ ਮਤਲਬ ਉਹਨੂੰ ਭੁਗਤਾਨ ਕਰਨਾ ਹੀ ਪਵੇਗਾ। ਬਿਲਕੁਲ। ਹਾਂਜੀ, ਹਾਂਜੀ, ਹਾਂਜੀ। ਹੁਣ ਦੇਖੋ ਆਪਾਂ ਅੱਜ ਇੰਡੀਆ ਵਿੱਚ ਹੈ ਨਾ, ਹਾਂਜੀ। ਤੇ ਵੀਲ ਚੇਅਰ ਕਿੰਨੇ ਪਰਿਵਾਰਾਂ ਨੂੰ ਬਿਲਕੁਲ ਦਿੱਤਾ ਅੱਜ, ਹਾਂਜੀ, ਤੇ ਬਹੁਤ ਸਾਰੇ ਮਤਲਬ ਪਰਿਵਾਰ ਹੈ, ਹਾਂਜੀ। ਤਾਂ ਜਿਨ੍ਹਾਂ ਕਰਕੇ ਨਾ ਦੇਖੋ ਆਪਾਂ ਕਦੀ ਕਿਸੇ ਤੋਂ ਡਿਮਾਂਡ ਨਹੀਂ ਕਰਦੇ। ਚਾਂਦ ਸਾਹਿਬ, ਮੈਂ ਤੁਹਾਡੇ ਨਾਲ ਸਲਾਹ ਵੀ ਕਰਨੀ ਸੀ। ਸਾਡੇ ਰਾਣਾ ਜੀ ਹੁਣੇ ਗੱਲ ਕਰਦੇ ਸੀਗੇ, ਸਾਡੇ ਸੁਨਿਆਰ ਸਾਹਿਬ, ਹਾਂਜੀ। ਅਸੀਂ ਇੱਕ ਪ੍ਰੋਗਰਾਮ ਇਹੋ ਜਿਹਾ ਰੱਖ ਦੇਣਾ ਜਿਹੜਾ ਉਹ ਪ੍ਰੋਗਰਾਮ ਸਾਰਾ ਵੀਲ ਚੇਅਰਾਂ ਦੀ ਜਿਹੜੀ ਤੁਸੀਂ ਬੜੀ ਵੱਡੀ ਸੰਸਥਾ ਚਲਾ ਰਹੇ ਆ, ਹਾਂਜੀ, ਅਸੀਂ ਉਹਦੇ ਮਦਦ ਕਰਦੇ। ਬਹੁਤ ਥੈਂਕ ਯੂ ਜੀ। ਤਾਂ ਉਹਦੇ ਦੱਸਾਂਗਾ, ਆਪਾਂ ਸਾਰੇ ਕਲਿੱਪ ਲਾਇਆ ਕਰਾਂਗੇ ਹੁਣ। ਹਾਂਜੀ, ਤਾਂ ਵੀ ਅਸੀਂ ਕੀ ਕਰ ਰਹੇ ਆ, ਕੀ ਕਰਨਾ ਚਾਹੀਦਾ ਸਾਨੂੰ। ਹਾਂਜੀ, ਤਾਂ ਜਿਹੜੀ ਏਕਤਾ ਟੀਵੀ ਦੀ ਹੈ ਨਾ ਟੀਮ ਹੈਗੀ ਆ, ਇੰਨੀ ਅੱਛੀ ਟੀਮ ਹੈਗੀ ਆ, ਹਾਂਜੀ, ਤਾਂ ਮੇਰਾ ਇਹਨਾਂ ਸਾਰਿਆਂ ਨੂੰ ਸਲੂਟ ਹੈਗਾ ਆ। ਹਾਂਜੀ। ਤੇ ਬਾਕੀ ਅਗਰ ਏਕਤਾ ਟੀਵੀ ਟੀਮ ਨੂੰ ਇਹ ਚਾਹੀਦਾ ਹੈਗਾ ਕਿ ਅਗਰ ਹਾਂਜੀ। ਕੋਈ ਕਿਸੇ ਤੇ ਅਤਿਆਚਾਰ ਕਰਦਾ ਹੈ ਤਾਂ ਉਹਦੇ ਨਾਲ ਜ਼ਰੂਰ ਸਾਥ ਦੇਵੋ। ਹਾਂਜੀ, ਤਾਂ ਆਪ ਨੂੰ ਪਤਾ ਹੈ ਕਿ ਮੈਨੂੰ ਟੈਲੀਫੋਨ ਆਇਆ ਸੀਗਾ ਇੱਕ ਮੇਰੇ ਵੀਰ ਦਾ, ਹਾਂਜੀ, ਤੇ ਕਿਸੇ ਨੇ ਉਹਦੇ ਮਤਲਬ 20,000 ਪਾਉਂਡ ਮਾਰ ਲਿਆ। ਹਾਂਜੀ, ਇਸ ਕਰਕੇ ਸਾਨੂੰ ਚਾਹੀਦਾ ਹੈਗਾ ਉਹਦੀ ਜ਼ਰੂਰ ਸਹਾਇਤਾ ਕਰਨੀ। ਹਾਂਜੀ, ਕੋਈ ਜਿਹੜਾ ਏਕਤਾ ਟੀਵੀ ਹੈ ਇਹ ਯੂਨਿਟੀ ਹੈ, ਏਕਤਾ ਹੈ, ਭਾਈਚਾਰਾ। ਹਾਂਜੀ, ਤਾਂ ਕੋਈ ਵੀ ਮਤਲਬ ਕਿਸੇ ਨਾਲ ਗਰਦਾਰੀ ਕਰਦਾ ਹੈ ਤਾਂ ਇਹ ਗਰਦਾਰੀ ਹੋਣ ਨਹੀਂ ਦੇਣੀ ਆਪਾਂ। ਬਿਲਕੁਲ ਜੀ। ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹਾਂਜੀ। ਕੀਪ ਇਟ ਅਪ। ਹਾਂਜੀ। ਮੇਰੀਆਂ ਦੁਆਵਾਂ ਤੁਹਾਡੇ ਨਾਲ ਹਨ। ਸੋ ਬਹੁਤ ਬਹੁਤ ਥੈਂਕ ਯੂ ਸਾਡੇ ਚਾਂਦ ਸਾਹਿਬ, ਜਿਹੜੇ ਸਾਡੇ ਸੀਨੀਅਰ ਕਲਾਕਾਰ ਉਹ ਬਹੁਤ ਆਸਰਾ ਦਿੰਦੇ ਸਾਨੂੰ, ਬੜਾ ਇਹਨਾਂ ਦਾ ਸਾਨੂੰ ਸਹਾਰਾ ਆ, ਔਰ ਬੜੀਆਂ ਅੱਛੀਆਂ ਵਿਚਾਰਾਂ, ਬੜੀ ਅੱਛੀ ਆਵਾਜ਼ ਆ, ਸਾਰੀ ਦੁਨੀਆ ਪਸੰਦ ਕਰਦੀ ਆ। ਦੇਖੋ ਉਹਨਾਂ ਨੇ ਵੀ ਇਸ ਗੱਲ ਦਾ ਦਰਦ ਮਨਾਇਆ, ਕਿਸੇ ਤੋਂ 20,000 ਉਧਾਰਾ ਲੈ ਲਿਆ ਜਾਂ ਖੋਹ ਲਿਆ ਜਾਂ ਕਿਸ ਤਰ੍ਹਾਂ ਕਹਿ ਨਹੀਂ ਸਕਦੇ। ਸੋ ਉਹਨਾਂ ਨੇ ਦੁੱਖ ਮਨਾਇਆ। ਸੋ ਸਾਥੀਓ, ਅਸੀਂ ਉਹਨਾਂ ਨਾਲ ਵੀ ਦੁੱਖ ਵਿੱਚ ਸ਼ਰੀਕ ਹਾਂ। ਸੋ ਅਸੀਂ ਇੱਕਦਮ ਤਾਂ ਉਹਨਾਂ ਨੂੰ 20,000 ਦੀ ਮਦਦ ਦੇ ਨਹੀਂ ਸਕਦੇ ਜੀ। ਸੋ ਜਿੰਨਾ ਵੀ ਹੋ ਸਕਿਆ ਅਸੀਂ ਜ਼ਰੂਰ ਕਰਾਂਗੇ। ਸੋ ਇਹਦੇ ਨਾਲ ਹੀ ਰਾਣਾ ਜੀ ਮੇਰੇ ਕੋਲ ਥੋੜਾ ਜਿਹਾ ਗੀਤ ਵਾਜੇ ਇਜਾਜ਼ਤ ਹੋਵੇ ਤਾਂ ਜ਼ਰੂਰ ਜੀ, ਕਿਉਂ ਨਹੀਂ। ਬੋਲ ਕਹਿ ਦਈਏ ਜੀ। ਜ਼ਰੂਰ ਜੀ। ਬਹੁਤ ਬਹੁਤ ਥੈਂਕ ਯੂ ਜੀ। ਕਿਉਂਕਿ ਸਾਥੀਓ, ਜਿੱਦਾਂ ਚਾਹੁੰਦਾ ਉਹ ਚਲਾਈ ਜਾਂਦਾ ਜੱਗ ਨੂੰ, ਉਹਦਾ ਜਾਣਾ ਭੇਤ ਪਾਇਆ ਨਾ, ਇੱਕੋ ਫੂਕ ਨਾ ਭਜਾਉਂਦਾ ਲੱਗੀ ਅੱਗ ਨੂੰ। ਵਾਹ ਜੀ ਵਾਹ। ਹੋ ਜਿੱਦਾਂ ਚਾਹੁੰਦਾ ਉਹ ਚਲਾਈ ਜਾਂਦਾ ਜੱਗ ਨੂੰ, ਉਹਦਾ ਜਾਣਾ ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ। ਕਦੇ ਕੋਲ ਨਾਲੋਂ ਤੇ ਉਹ ਪਾਉਂਦਾ ਕਾਲ ਜੀ, ਚੇਤੇ ਆਉਂਦੇ ਬੰਦੇ ਨੂੰ ਪੁਰਾਣੇ ਹਾਲ ਜੀ। ਉਹਦੀ ਇੱਕ ਇੱਕ ਦਿਨ ਚੇਤੇ ਆਉਂਦੀ ਸਭ ਨੂੰ, ਉਹਦਾ ਜਾਣਾ ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ। ਲੋਕੀ ਕਹਿੰਦੇ ਹੋ ਲੁੱਟ ਲਾ ਲਿਆ ਮਚਾਈ ਐ, ਲੱਗਦੀ ਰਾਜ ਮਾਨਕਾ ਫੋਕੀ ਐ ਦੁਆਈ ਐ। ਆਓ ਕਹਿੰਦੇ ਕਰਨਾ ਕੀ ਦੇਵਤਿਆਂ ਦੇ ਪੱਜ ਨੂੰ, ਉਹਦਾ ਜਾਣਾ ਭੇਤ ਪਾਇਆ ਨਾ ਜੀ ਜਾਣਾ, ਭੇਤ ਪਾਇਆ ਨਾ। ਵਾਹ ਜੀ ਵਾਹ, ਬਹੁਤ ਅੱਛਾ। ਵਾਹ ਜੀ ਵਾਹ। ਸੋ ਜਿੱਦਾਂ ਉਹ ਚਾਹੁੰਦਾ ਚਲਾਈ ਜਾਂਦਾ ਜੱਗ ਨੂੰ। ਬਿਲਕੁਲ ਸਹੀ। ਮੈਨੂੰ ਲੱਗਦਾ ਕਾਲ ਵੀ ਆ ਗਈ ਇੱਕ। ਹਾਂਜੀ। ਚਲੋ ਟਾਈਮ ਨਾਲ ਹੀ ਬੰਦ ਹੋ ਗਿਆ ਜੀ ਮੈਂ। ਹਾਂਜੀ, ਹੈਲੋ, ਜੈ ਗੁਰਦੇਵ ਜੀ। ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਹਾਂਜੀ, ਕੌਣ ਤੇ ਕਿੱਥੋਂ ਜੀ? ਮੈਂ ਜੋਗਿੰਦਰ ਮਹੇ ਬੈਲਬੋਰਡ ਤੋਂ ਬੋਲਦਾ ਜੀ। ਹਾਂ ਜੀ ਮਹੇਸ਼ ਸਾਹਿਬ, ਜੈ ਗੁਰਦੇਵ। ਕੀ ਕਹੋਗੇ ਪ੍ਰੋਗਰਾਮ ਬਾਰੇ?
ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਜੀ। ਮੈਂ ਅੱਜ ਪਹਿਲੀ ਵਾਰੀ ਦੇਖਿਆ ਜਦੋਂ ਮੈਂ ਦੇਸਰਾਜ ਨੇ ਮੈਨੂੰ ਦੱਸਿਆ, ਕਹਿੰਦਾ ਅੱਜ ਪ੍ਰੋਗਰਾਮ ਆ ਰਿਹਾ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜਾ ਰਿਹਾ। ਸਭ ਤੋਂ ਪਹਿਲਾਂ ਹੋਰ ਕੁਝ ਕਹਿਣ ਤੋਂ ਪਹਿਲਾਂ ਆਪ ਤਿੰਨਾਂ ਭਰਾਵਾਂ ਨੂੰ, ਮਾਨਕ ਸਾਹਿਬ ਨੂੰ, ਸਤਪਾਲ ਨੂੰ ਅਤੇ ਸਰੋਏ ਸਾਹਿਬ ਨੂੰ, ਧਰਮਪਾਲ ਨੂੰ, ਸਾਰੇ ਤਿੰਨਾਂ ਭਰਾਵਾਂ ਨੂੰ ਇਹਨਾਂ ਨੂੰ ਬਹੁਤ ਪਿਆਰ ਭਰੀ ਜੈ ਗੁਰਦੇਵ। ਬਹੁਤ ਬਹੁਤ ਧੰਨਵਾਦ ਜੀ। ਅਤੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਨਾਲ ਮਿਲ ਕੇ ਸਾਰੇ ਹੀ ਇਦਾਂ ਏਕਤਾ ਟੀਵੀ ਦੇ ਨਾਲ ਜੁੜੋ। ਹਾਂਜੀ, ਔਰ ਏਕਤਾ ਟੀਵੀ ਦੇ ਨਾਲ ਜੁੜ ਕੇ ਜਿੱਦਾਂ ਆਪਾਂ ਜੋ ਕਿ ਚੰਗੇ ਪਾਸੇ ਨੂੰ ਲੈ ਕੇ ਜਾ ਸਕੀਏ ਇਹਨਾਂ ਨੂੰ, ਕਿਉਂ ਜਿਹੜੇ ਸੰਗਤ ਦਾ ਅੱਗੇ ਜੋ ਅਸੀਂ ਕੰਮ ਲਈ ਜੋ ਕਾਂਸੀ ਟੀਵੀ ਤੋਰਿਆ ਸੀ, ਉਹ ਜੋ ਅਸੀਂ ਉਹ ਤੋਂ ਚਾਹੁੰਦੇ ਸੀ ਉਹ ਸਾਨੂੰ ਨਹੀਂ ਮਿਲ ਸਕਿਆ। ਅਸੀਂ ਉੱਧਰ ਨੂੰ ਨਹੀਂ ਜਾਣਾ, ਅਸੀਂ ਏਕਤਾ ਵਾਲੇ ਦਾ ਟੀਵੀ ਦਾ ਇੱਧਰ ਨੂੰ ਲੈ ਕੇ ਜਾਣਾ ਬਈ ਜਿੰਨਾ ਵੀ ਹੋ ਸਕੇ ਸੰਗਤ ਦਾ ਔਰ ਕੌਮ ਦਾ ਆਪਾਂ ਸਾਥ ਦਈਏ ਔਰ ਤੇ ਰਲ ਮਿਲ ਕੇ ਸਾਰੇ ਕੰਮ ਕਰੀਏ। ਤੇ ਬਾਕੀ ਜੋ ਹੈਲਪ ਦੀ ਗੱਲ ਆ, ਪੈਸਿਆਂ ਦੀ ਗੱਲ ਆ, ਦਾਸ ਕੋ ਜਦੋਂ ਮਰਜ਼ੀ ਆ ਕੇ ਲੈ ਲਓ ਪੈਸੇ। ਬਾਕੀ ਇਹ ਆ ਮੇਰ ਸਾਹਿਬ ਤੁਹਾਡੇ ਵਿਚਾਰ ਸੁਣ ਲਏ, ਬੜੇ ਅੱਛੇ ਵਿਚਾਰ ਆ। ਬਾਕੀ ਮਿਲਿਆ ਨੂੰ ਬਹੁਤ ਚਿਰ ਹੋ ਗਿਆ। ਨਹੀਂ, ਹੋਰ ਵੀ ਜਦੋਂ ਵੀ ਲੋੜ ਪਵੇ ਹਾਂਜੀ, ਦਾਸ ਆਪਣੇ ਤੁਹਾਡੇ ਨਾਲ ਆ। ਤੇ ਜੋ ਵੀ ਸੰਗਤ ਦੇ ਨਾਲ ਜਿੱਥੇ ਵੀ ਲੋੜ ਹੋਵੇ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜਾ ਹਾਂ। ਬਹੁਤ ਥੈਂਕ ਯੂ ਜੀ। ਜ਼ਿਆਦੀਆਂ ਗੱਲਾਂ ਨਹੀਂ ਕਰਨੀਆਂ। ਹਾਂਜੀ ਹਾਂਜੀ। ਦੂਸਰੀ ਗੱਲ ਇੱਕ ਹੋਰ ਮੈਂ ਕਹਿਣੀ ਆ, ਜੋ ਦੁਨੀਆ ਤੇ ਮਹਾਮਾਰੀ ਚੱਲਦੀ ਆ, ਹਾਂਜੀ, ਇਹਦੇ ਤੋਂ ਸਾਰਿਆਂ ਨੂੰ ਅਗਵਾਹ ਕਰੋ ਤੇ ਇੱਕ ਦੂਜੇ ਦੇ ਨਾਲ ਸ਼ੇਕ ਹੈਂਡ ਨਹੀਂ ਕਰਨਾ ਅਤੇ ਇੱਕ ਦੂਜੇ ਦੇ ਨਾਲ ਪਿਆਰ ਨਾਲ ਹੈਲੋ ਕਹਿਣਾ, ਜੈ ਗੁਰਦੇਵ ਕਹਿਣਾ, ਜੋ ਵੀ ਤੁਸੀਂ ਬੁਲਾਉਂਦੇ ਆ ਉਹ ਕਹਿਣਾ ਤੇ ਸ਼ੇਕ ਹੈਂਡ ਕਰਨੇ ਤੋਂ ਥੋੜਾ ਪਰਹੇਜ਼ ਰੱਖਣਾ ਜੀ। ਕਿਉਂਕਿ ਮਹਾਮਾਰੀ ਇਹ ਬਹੁਤ ਭੈੜੀ ਬਿਮਾਰੀ ਆ, ਇਹ ਤੋਂ ਬਚ ਕੇ ਰਹੋ। ਸੋ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਸਾਰੀ ਸਰੋਤਿਆਂ ਨੂੰ ਜੋਗਿੰਦਰ ਮੇਹੇ ਵੱਲੋਂ ਪਿਆਰ ਭਰੀ ਜੈ ਗੁਰਦੇਵ ਜੀ। ਬਹੁਤ ਬਹੁਤ ਧੰਨਵਾਦ ਜੀ। ਕੁਛ ਨਾ ਕਹਿੰਦਾ ਹੋਇਆ ਇੱਥੇ ਹੀ ਸਿਮਰਨ ਯਾਦ ਕਿਹਾ ਸਾਰਿਆਂ ਨੂੰ ਜੈ ਗੁਰਦੇਵ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਮਹੇਸ਼ ਸਾਹਿਬ, ਜੋਗਿੰਦਰਪਾਲ ਮਹੇਸ਼ ਜੀ ਬੈਡਫੋਰਡ ਤੋਂ। ਉਹ ਵੀ ਤਕਰੀਬਨ ਮਦਦ ਕਰਦੇ ਹੀ ਰਹਿੰਦੇ ਆ, ਮਿਲਿਆ ਨੂੰ ਚਿਰ ਹੋ ਗਿਆ। ਉਹ ਆਪਣੇ ਵਿਚਾਰ ਦੇ ਗਿਆ, ਬੜੇ ਚੰਗੇ ਉਹਨਾਂ ਦੇ ਵਿਚਾਰ ਆ। ਜਿੱਥੇ ਕਿਸੇ ਬੰਦੇ ਨੂੰ ਕੋਈ ਠੇਸ ਲੱਗੇ ਰਾਣਾ ਸਾਹਿਬ ਉਹ ਇਜ਼ਹਾਰ ਤਾਂ ਕਰਦਾ ਯਾਰ ਧਰਮਪਾਲ ਜੀ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮਿਲਿਆ ਨੂੰ ਚਿਰ ਹੋ ਗਿਆ, ਹੋ ਸਕਦਾ ਜਲਦੀ ਅਸੀਂ ਅਗਲੇ ਹਫ਼ਤੇ ਗੌਰਮੈਂਟ ਦੀ ਕਾਨੂੰਨ ਦੀ ਸਮਝਦਾਰੀ ਦਾ ਪੱਖ ਕਰਦੇ ਹੋਏ ਸ਼ਾਇਦ ਇਹ 5-7 ਦਿਨਾਂ ਦੇ ਵਿੱਚ ਉਹਨਾਂ ਨੂੰ ਜ਼ਰੂਰ ਮਿਲਣ ਸੀ ਜਾਈਏ। ਸੋ ਸਾਥੀਓ, ਜਿੱਦਾਂ ਚਾਹੁੰਦਾ ਉਹ ਚਲਾਈ ਜਾਂਦਾ ਜੱਗ ਨੂੰ, ਉਹਦਾ ਜਾਣਾ ਭੇਤ ਪਾਇਆ ਨਾ, ਇੱਕੋ ਫੂਕ ਨਾ ਵਜਾਉਂਦਾ ਲੱਗੀ ਅੱਗ ਨੂੰ। ਕਈ ਵਾਰੀ ਇੱਥੇ ਦੇਖਦੇ ਬੜੀ ਗਰਮੀ ਹੁੰਦੀ, ਰਾਣਾ ਕਹਿੰਦਾ ਲਿਆਓ ਜੱਗ ਪਾਣੀ ਦਾ ਪੀਏ, ਧਰਮਪਾਲ ਜੀ ਸਾਡੇ ਕਹਿੰਦੇ ਲਿਆਓ ਜੱਗ ਪਾਣੀ ਦਾ ਪੀਏ। ਅਸੀਂ ਗਰਮੀ ਬੜੀ ਆ ਤਾਂ ਦੇਖਦੇ ਹਾਂ 2 ਮਿੰਟਾਂ ਬਾਅਦ ਝਾੜ ਹੋ ਜਾਂਦਾ। ਜੋ ਚਾਹੁੰਦਾ ਉਹ ਬੜਾ ਕੁਝ ਕਰ ਸਕਦਾ। ਐਵੇਂ ਕਾਹਨੂੰ ਕਿਸੇ ਦਾ ਦਿਲ ਤੋੜਨਾ, ਸਾਡਾ ਤਾਂ ਤੋੜਦੇ ਸੀਗੇ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਅਸੀਂ ਇੰਨੀ ਛੇਤੀ ਬਹਿਣ ਵਾਲੇ ਨਹੀਂ, ਇਹ ਭੁਲੇਖਾ ਆਪਣਾ ਕੱਢ ਦਿਓ। ਤੁਸੀਂ ਤਾਂ ਗਾਲਾਂ ਦੇ ਟੈਕਸਟ ਮੈਸੇਜ ਵੀ ਦਿਖਾਲ ਦਿੱਤੇ, ਗਾਲਾਂ ਦੀ ਰਿਕਾਰਡਿੰਗ ਵੀ ਦਿਖਾਲ ਦਿੱਤੀ, ਤੁਸੀਂ ਤਾਂ ਇਹ ਵੀ ਕਹਿਤਾ ਇਹਨਾਂ ਦੇ ਸਿਰ ਪਾਟਣ। ਅਸੀਂ ਤਾਂ ਵੀ ਕਿਹਾ ਚੱਲ ਛੱਡੋ ਪਰੇ, 1 ਵਾਰੀ 2 ਵਾਰੀ 3 ਵਾਰੀ ਛੱਡੋ ਪਰੇ, ਇਹ ਕੰਮ ਨਾ ਕਰੋ। ਅਸੀਂ ਜੋ ਰੋਟੀ ਪ੍ਰਸ਼ਾਦਾ ਮਹਾਰਾਜ ਦਿੱਤਾ ਹੈ ਉਹਨੂੰ ਹੀ ਲੰਗਰ ਕਹਿਣਾ। ਕਿਉਂਕਿ ਸਾਡੇ ਜਿਹੜੇ ਪ੍ਰੈਜੈਂਟਰ ਸਾਰੇ ਪ੍ਰੈਜੈਂਟਰ ਆ ਇੱਥੇ, ਮੈਂ ਤੇ ਰਾਣਾ ਇਕੱਲੇ ਨਹੀਂ ਇੱਥੇ, ਅਮਰਜੀਤ ਮਾਲਾ ਅਸੀਂ ਇਕੱਲੇ ਨਹੀਂ, 5-7 ਸਾਰੇ ਹੀ ਪ੍ਰੈਜੈਂਟਰ। ਸਾਡੇ ਧਰਮਲ ਥਨਿਆਰ ਜੀ ਇਹ ਵੀ ਪ੍ਰੈਜੈਂਟਰ ਆ। ਅਸੀਂ ਸਾਰਿਆਂ ਨੂੰ ਏਕਤਾ ਦਾ ਨਾਂ ਦਿੱਤਾ, ਮਸੀਂ ਸਾਨੂੰ ਮਿਲਿਆ। ਜੇ ਅਸੀਂ ਤੁਹਾਡੀ ਕੋਈ ਗਲਤੀ ਨਹੀਂ ਕਰਦੇ, ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ, ਮਤੇਰਮਾਂ ਵਾਲਾ ਕੀਤਾ, ਅੱਜ ਉਹ ਬੇਸ਼ੱਕ ਦੀ ਆਪਣੀ ਹੋਰ ਤਰੀਕੇ ਨਾਲ ਗੱਲ ਕਰਦੇ, ਸਾਡੇ ਤੇ ਕੋਈ ਅਸਰ ਨਹੀਂ। ਅਸੀਂ ਇਹ ਸੰਗ ਸ਼ਰਮ ਨੂੰ ਲਾ ਕੇ ਸਿੱਟਿਆ ਆ। ਸੰਗਤ ਇੱਥੇ ਆਉਂਦੀ ਆ, ਚਾਹੇ 2 4 10 20 ਪਾਉਂਡ ਸੰਗਤ ਦੇ ਕੇ ਜਾਂਦੀ ਆ, ਬੜਾ ਸਾਨੂੰ ਆਸਰਾ। ਇਹ ਭੁਲੇਖਾ ਵੀ ਇਹਨੂੰ ਆਪਣਾ ਕੱਢ ਦਿਓ। ਅਸੀਂ ਬਹੁਤ ਚਾਂਸ ਦਿੱਤੇ, ਬਹੁਤ ਚਾਂਸ ਦਿੱਤੇ। ਅਸੀਂ ਇਕੱਲੇ ਪੈਸਿਆਂ ਦੀ ਢੇਰੀ ਪਰ ਬਹਿਣ ਵਾਲੇ ਨਹੀਂ। ਅਸੀਂ ਇਹ ਵੀ ਕਿਹਾ ਸੀਗਾ ਵੀ ਦਿੱਲੀ ਦੇ ਜਿਹੜੇ ਮੁੰਡਿਆਂ ਦੀ ਬੇਤੁਕੀ ਹੋਈ ਆ ਉਹਦੇ ਸਾਰੇ ਮਿਡਲੈਂਡ ਨੂੰ ਇਕੱਠਾ ਕੀਤਾ ਜਾਵੇ, ਪਰ ਸਾਡੀ ਸੁਣੀ ਨਹੀਂ, ਜਿਹਦੇ ਕਰਕੇ ਸਾਨੂੰ ਇੱਧਰ ਮਜਬੂਰ ਆਉਣਾ ਪਿਆ। ਰਾਣਾ ਜੀ ਔਖੇ ਤਾਂ ਆਪਾਂ ਹੋਏ ਆ, ਪਰ ਫੇਰ ਵੀ ਨਹੀਂ ਆਪਾਂ ਢਿੱਲ ਕਰਦੇ। ਕੀ ਕਹੋਗੇ ਇਹਦੇ ਬਾਰੇ? ਹਾਂਜੀ ਬਿਲਕੁਲ ਰਾਜਮਨ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ, ਕਿਉਂਕਿ ਅਸੀਂ ਕੋਸ਼ਿਸ਼ ਹੀ ਪਹਿਲਾਂ ਤੋਂ ਇਹ ਕੀਤੀ ਸੀ ਕਿ ਆਪਣੀ ਯੂਨਿਟੀ, ਆਪਣਾ ਪਿਆਰ, ਆਪਣਾ ਇਤਫਾਕ ਸ਼ੋ ਕਰੀਏ। ਕਿਉਂਕਿ ਅਗਰ ਅਸੀਂ ਆਪਸ ਵਿੱਚ ਹੀ ਜੁੜ ਕੇ ਬੈਠਾਂਗੇ ਤਾਂ ਸਾਡੇ ਨਾਲ ਹੋਰ ਵੀ 4 ਭਰਾ ਆ ਕੇ ਸਲਾਹ ਮਸ਼ਵਰਾ ਕਰਨਗੇ। ਜਿਵੇਂ ਕਿ ਜੋਗਿੰਦਰ ਮੇਹੇ ਜੀ ਨੇ ਬੜਾ ਉਤਸ਼ਾਹ ਦਿੱਤਾ ਹੈ ਕਿ ਸਾਡੇ ਨਾਲ ਖੜਾ, ਬਿਲਕੁਲ। ਔਰ ਸਾਡੀਆਂ ਬੀਬੀਆਂ ਭੈਣਾਂ ਸਾਡੇ ਨਾਲ ਹਨ, ਜਿਵੇਂ ਸਰੋਜ ਰਾਣੀ ਜੀ, ਪ੍ਰੀਤਮ ਜੀ, ਹੋਰ ਵੀ ਬਹੁਤ ਸਾਰੀਆਂ ਭੈਣਾਂ ਜਿਹੜਾ ਸਾਡਾ ਸਾਥ ਸਹਿਯੋਗ ਦਿੰਦੀਆਂ ਹਨ। ਤੁਹਾਡਾ ਸਾਥ ਸਹਿਯੋਗ ਚਾਹੀਦਾ ਹੈ ਏਕਤਾ ਟੀਵੀ ਨੂੰ। ਔਰ ਸਾਨੂੰ ਪਤਾ ਹੈ ਕਿ ਕੁਝ ਕਾਰਨਾਂ ਕਰਕੇ, ਕਿਉਂਕਿ ਅਗਰ ਅਸੀਂ ਵੀ ਝੋਲੀਆਂ ਭਰਨੀਆਂ ਹੁੰਦੀਆਂ ਹਨ ਤੇ ਅਸੀਂ ਵੀ ਸਾਰਾ ਕੁਝ ਖਲਾਰਾ ਪਾ ਕੇ ਜਾਂ ਝੂਠੀ ਸ਼ੋਹਰਤ ਖੱਟਣੀ ਹੁੰਦੀ, ਆਪ ਹੀ ਫੋਨ ਕਰਕੇ ਕਹਿ ਦੇਣਾ ਕਿ ਲੈ ਜੀ ਹੁਣ ਮੈਂ ਅੱਜ ਸ਼ੋਅ ਕਰਨਾ, ਫੋਨ ਕਰ ਦਿਓ। ਕਿਉਂਕਿ ਸਾਨੂੰ ਉਦਾਂ ਦੀ ਝੂਠੀ ਸ਼ੋਹਰਤ ਨਹੀਂ ਚਾਹੀਦੀ, ਨਾ ਅਸੀਂ ਉਸ ਸ਼ੋਹਰਤ ਨੂੰ ਲਾਇਕ ਕਰਦੇ ਹੀ ਹਾਂ।
ਰਹੀ ਗੱਲ ਜਿਹੜੀ ਏਕਤਾ ਟੀਵੀ ਦੇ ਉੱਤੇ ਯੂਨਿਟੀ ਦੀ, ਕਿਉਂਕਿ ਕਹਿੰਦੇ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਇਸ ਤਰ੍ਹਾਂ ਦੀ ਸਾਡੀ ਇੱਕ ਟੀਮ ਹੈ, ਇਸ ਤਰ੍ਹਾਂ ਦਾ ਇੱਕ ਸਾਡਾ ਪਿਆਰ ਆ, ਸਾਡੀ ਏਕਤਾ ਹੈ ਔਰ ਸਾਰਿਆਂ ਦੇ ਮਨਾਂ ਦੇ ਵਿੱਚ ਇਹੋ ਹੀ ਚਾਹਤ ਹੈ, ਇਹੋ ਹੀ ਖਿੱਚ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਸਹਿਯੋਗ ਦੇ ਨਾਲ ਏਕਤਾ ਟੀਵੀ ਬੁਲੰਦੀਆਂ ਵੱਲ ਜਾਵੇ ਜੀ। ਸਾਥੀਓ, ਜਿੱਦਾਂ ਟੀਵੀ ਦਾ ਜਿਹੜਾ ਫੋਨ ਆ 0121 9350 448 9350, ਉਹ ਤੇ ਆਪਾਂ ਸਾਰੇ ਜਿੱਦਾਂ ਵਿਚਾਰਾਂ ਕਰਦੇ ਮਿਲਦੇ ਆ, ਬੜਾ ਚੰਗਾ ਲੱਗਦਾ ਜੀ। ਸੋ ਇਹ ਚੀਜ਼ ਉੱਥੇ ਹੈ ਨਹੀਂ ਸੀ। ਅਸੀਂ ਆਪਸ ਵਿੱਚ ਪਹਿਲਾਂ ਤਾਂ ਆਪਣਾ ਇਹ ਬੈਰ ਵਿਰੋਧ ਪਰਾਂ ਨੂੰ ਕੀਤਾ ਜੀ ਵੀ ਅਸੀਂ ਇੱਕੋ ਜਿਹੇ ਹਾਂ, ਇਦਾਂ ਦੀ ਗੱਲ ਕੋਈ ਨਹੀਂ। ਸਾਨੂੰ ਚੰਗਾ ਨਹੀਂ ਲੱਗਾ, ਕਿਉਂਕਿ ਜੇ ਅਸੀਂ ਉਸ ਗੱਲ ਦੇ ਅਸਰ ਹੁੰਦੇ, ਸਾਡੇ ਪਰ ਅਸਰ ਹੁੰਦਾ, ਆਹ ਜਿਹੜਾ ਮਰਕਜ਼ ਅਸੀਂ ਬਣਾਇਆ ਇਹ ਬਣਨਾ ਨਹੀਂ ਜੀ। ਸੋ ਸਾਥੀਓ, ਇੱਥੋਂ ਅਸੀਂ ਬੜੀ ਦੂਰ ਦੂਰ ਤੱਕ ਪਹੁੰਚ ਕੀਤੀ, ਇੰਡੀਆ ਤੱਕ, ਬਾਹਰਲੇ ਹੋਰ ਮੁਲਕਾਂ ਤੱਕ, ਜਿੱਦਾਂ ਕੋਲਾਂ ਆਉਣੀਆਂ। ਇੱਥੇ ਬੈਠ ਕੇ ਕੋਈ ਨਾ ਕੋਈ ਚਾਹ ਪਾਣੀ ਲੰਗਰ ਚੱਲਦਾ ਰਹਿੰਦਾ। ਸਨਿਆਰ ਸਾਹਿਬ, ਜਦੋਂ ਤੁਸੀਂ ਆਉਂਦੇ ਆ, ਕਈ ਸਾਡੇ ਭਰਾ ਉਹ ਵੀ ਆ ਜਿਹੜੇ ਹਰ ਚੀਜ਼ ਖਾਂਦੇ ਪੀਂਦੇ ਨਹੀਂ, ਸਾਨੂੰ ਬੜੀ ਖੁਸ਼ੀ ਹੁੰਦੀ ਆ, ਉਹ ਸਾਨੂੰ ਲੀਡ ਕਰਦੇ ਆ। ਜਦ ਕਿ ਪਹਿਲਾਂ ਕੀ ਸੀਗਾ, ਇਹਨਾਂ ਨੂੰ ਖਾਣਾ ਪੀਣਾ ਨਹੀਂ ਆਉਂਦਾ, ਅਸੀਂ ਇਦਾਂ ਦੇ ਨਹੀਂ ਹੈਗੇ। ਅਸੀਂ ਟਿਕਟਾਂ ਟੂਕਟਾਂ ਆਪਣੀਆਂ ਕੋਲੋਂ ਲਾਉਣੇ ਜਿੱਥੇ ਵੀ ਜਾਂਦੇ ਆ। ਪਹਿਲਾਂ ਕੁਝ ਹੋਰ ਹੁੰਦਾ ਸੀਗਾ, ਸਾਨੂੰ ਚੰਗਾ ਨਹੀਂ ਲੱਗਾ, ਕਿਉਂ ਜਿਹੜੇ ਬੁਲਾਰੇ ਆ ਨਾ ਉਹ ਕਹਿੰਦੇ ਨੇ ਇਕੱਠੇ ਨਹੀਂ ਹੁੰਦੇ, ਜਿੱਦਾਂ ਰਾਣਾ ਜੀ ਨੇ ਵਿਚਾਰ ਦਿੱਤੇ ਆ, ਇਕੱਠੇ ਨਹੀਂ ਹੁੰਦੇ, ਏਕਾ ਕਿੱਦਾਂ ਹੋਊਗਾ? ਉਹਨੇ ਕਦੇ ਏਕੇ ਦੀ ਗੱਲ ਕੀਤੀ ਆ? ਲੋਕ ਤਾਂ ਸਿੱਧਾ ਹੀ ਕਹਿੰਦੇ, ਉਹ ਪਹਿਲਾਂ ਤੂੰ ਮੂੰਹ ਬੰਦ ਕਰ, ਮੈਨੂੰ ਕਹਿੰਦੇ ਆ। ਮੈਂ ਕਿਹੜਾ ਆ ਜਿਹੜੀਆਂ ਮੇਰੀਆਂ ਬਾਹਾਂ, ਜਦੋਂ ਮੈਂ ਰਾਣੇ ਨਾਲ ਬਹਿੰਦਾ ਰਾਣੇ ਨੇ ਗੱਲ ਕਰਨੀ ਆ, ਜਦੋਂ ਮੈਂ ਸਤਪਾਲ ਨਾਲ ਬਹਿੰਦਾ ਸਤਪਾਲ ਨੇ ਗੱਲ ਕਰਨੀ ਆ, ਜਦੋਂ ਮੈਂ ਧਾਰਮਿਕ ਸਨਿਆਰ ਜੀ ਨਾਲ ਬਹਿੰਦਾ ਮੈਂ ਉਹਦੀ ਗੱਲ ਸੁਣ ਕੇ ਆਸਰਾ ਦੇਣਾ। ਪਹਿਲਾਂ ਚੁੱਪ ਵੀ, ਤੈਨੂੰ ਕੀ ਪਤਾ? ਉੱਥੇ ਇਹੀ ਕੁਛ ਹੁੰਦਾ ਸੀਗਾ। ਹੁਣ ਵਿੱਚੋਂ ਵਿੱਚ ਉਰੇ ਪਰੇ ਨਿਕਲ ਜਾਂਦੇ, ਕਈ ਆਉਂਦੇ, ਯਾਰ ਮੈਂ ਤਾਂ ਐਵੇਂ ਫਸਿਆ ਆ, ਮੇਰੇ ਪੈਸੇ ਫਸੇ ਹੋ ਆ, ਉਹਦਾ ਅਸੀਂ ਕੁਝ ਨਹੀਂ ਕਰ ਸਕਦੇ। ਜਿਸ ਤਰ੍ਹਾਂ ਇੱਕ ਬਜ਼ੁਰਗ ਨਾਲ ਧੋਖਾ ਹੋਇਆ, ਪਤਾ ਨਹੀਂ ਕਿੱਦਾਂ ਪੈਨਸ਼ਨ ਦੇ ਪੈਸੇ ਜੋੜੇ ਹੋਣੇ, ਪਤਾ ਨਹੀਂ ਕਿੱਦਾਂ ਘਰਦਿਆਂ ਨਾਲ ਗੁੱਸੇ ਰਾਜੀ ਹੋ ਕੇ ਪੈਸੇ ਦਿੱਤੇ ਹੋਣੇ, ਉਹਨੇ ਜਵਾਬ ਦਿੱਤਾ, ਮੁੱਕਰ ਗਿਆ। ਕੱਲ੍ਹ ਨੂੰ ਉਹ ਵੀ ਦਿਨ ਆ ਜਾਣਾ, ਹੋ ਸਕਦਾ ਅਸੀਂ ਸਾਰਿਆਂ ਨੂੰ ਮਾਨਦਾਨ ਦਿੰਦੇ ਆ, ਉਹਨਾਂ ਨੂੰ ਵੀ ਸਾਨੂੰ ਇੱਥੇ ਸੀਟ ਛੱਡਣੀ ਪਵੇ, ਲਓ ਜੀ ਤੁਹਾਡੇ ਵਾਸਤੇ ਵੀ ਜਗ੍ਹਾ ਹੈਗੀ ਆ। ਸੋ ਸਾਥੀਓ, ਇਹ ਜਿਹੜੀ ਮਹਾਮਾਰੀ ਨੇ ਸਿੱਖਿਆ ਵੀ ਬਹੁਤ ਅਹਿਮ ਦਿੱਤੀ ਆ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ। ਸੋ ਇਸ ਕਰਕੇ ਅਸੀਂ ਉਹ ਚੀਜ਼ ਛੱਡਣ ਦੇ ਲਈ, ਸਫਾਈ ਕਰਨ ਦੇ ਲਈ ਹਜੇ ਤੱਕ ਤਾਂ ਸਫਾਈਆਂ ਹੀ ਕਰਦੇ ਹਾਂ। ਸਨਿਆਰ ਸਾਹਿਬ, ਆਪਾਂ ਸਫਾਈ ਦੀ ਗੱਲ ਨੂੰ ਸਮਝਦੇ ਕਰਦੇ ਇੱਥੇ ਆ ਗਏ, ਇਹਦੇ ਬਾਰੇ ਕੀ ਕਹੋਗੇ? ਹਜੇ ਆਪਣਾ ਕੰਮ ਜਾਰੀ ਆ। ਦੇਖੋ ਮਾਨ ਜੀ, ਗੱਲ ਇਸ ਤਰ੍ਹਾਂ ਆ, ਮਤਲਬ ਜਿਸ ਤਰ੍ਹਾਂ ਆਪਾਂ ਜਿੰਨੇ ਵੀ ਗੋਲਡ ਮੈਡਲ ਦਿੱਤੇ ਹਨ, ਹਾਂਜੀ, ਸਭ ਨੂੰ ਜਿਸ ਤਰ੍ਹਾਂ ਰੂਪ ਲਾ ਉਹਨਾਂ ਨੂੰ, ਉਹ ਆਪਾਂ ਸਾਰਿਆਂ ਨੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਦਿੱਤੇ ਵੀ ਆਪਾਂ ਸੰਗਤ ਦਾ ਪੈਸਾ ਨਹੀਂ ਖਰਚਣਾ ਸੀ। ਸਨਿਆਰ ਸਾਹਿਬ, ਲਾਈਵ ਕਾਲ ਆ ਗਈ ਆ ਕਿ ਹੈਲੋ ਜੈ ਗੁਰਦੇਵ ਜੀ, ਹੈਲੋ ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਜੈ ਭੀਮ। ਹਾਂਜੀ, ਕੌਣ ਤੇ ਕਿੱਥੋਂ ਜੀ? ਮੈਂ ਕੁੰਦਨ ਜੁਮੜ। ਹਾਂ ਜੁਮੜ ਸਾਹਿਬ, ਜੈ ਗੁਰਦੇਵ, ਜੈ ਭੀਮ, ਨਮੋ ਵਧਾਏ। ਹਾਂਜੀ, ਵੈਲਕਮ, ਵਧਾਈਆਂ ਤੁਹਾਨੂੰ, ਬੈਕ ਟੂ ਸੀ ਔਨ ਦ, ਹੈ ਨਾ, ਹਾਂਜੀ ਟੈਲੀਵਿਜ਼ਨ ਤੇ। ਹਾਂਜੀ, ਔਰ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤੁਹਾਡਾ, ਬਹੁਤ ਥੈਂਕ ਯੂ ਜੀ। ਹਾਂਜੀ, ਔਰ ਬਹੁਤ ਸਾਥੀ ਇੰਤਜ਼ਾਰ ਕਰਦੇ ਸੀ ਬਹੁਤ ਦੇਰ ਦਾ। ਹਾਂਜੀ ਹਾਂਜੀ, ਉਹ ਜਿਹੜੀ ਤੁਹਾਡਾ ਸਬਜੈਕਟ ਚੱਲ ਰਿਹਾ ਬਹੁਤ ਵਧੀਆ ਹੈਗਾ। ਹਾਂਜੀ, ਕਿਉਂਕਿ ਪੈਸੇ ਦੇ ਬਗੈਰ ਤਾਂ ਕੁਝ ਨਹੀਂ ਹੁੰਦਾ। ਹਾਂਜੀ, ਔਰ ਅਗਰ ਦੇਖਿਆ ਜਾਵੇ ਇਸ ਵੇਲੇ ਹਾਂਜੀ, ਸਮਾਂ ਇਦਾਂ ਦਾ ਖਰਾਬ ਆ, ਹਾਂਜੀ, ਔਰ ਲੋਕ ਘਰ ਬੈਠੇ ਹੈਗੇ ਆ, ਪੈਸੇ ਹੈ ਨਹੀਂ, ਹਾਂਜੀ, ਪਰ ਸਾਨੂੰ ਇਸ ਦਾ ਫਿਕਰ ਨਹੀਂ ਕਰਨਾ ਚਾਹੀਦਾ, ਹਾਂਜੀ, ਕਿਉਂਕਿ ਇਹ ਹੈਗਾ ਏਕਤਾ ਟੀਵੀ। ਹਾਂਜੀ, ਅਗਰ ਇੱਕ ਆਦਮੀ 100 ਪਾਉਂਡ ਦਿੰਦਾ, ਹਾਂਜੀ, ਤੇ ਅਗਰ ਜਿਹੜੇ ਨਹੀਂ ਵਿਚਾਰੇ ਦੇ ਸਕਦੇ, ਹਾਂਜੀ, ਉਹ 100 ਤਾਂ ਨਹੀਂ ਦੇ ਸਕਦੇ, ਹਾਂਜੀ, ਅਗਰ ਇੱਕ ਪਾਉਂਡ ਵੀ ਦੇਣ ਨਾ, ਹਾਂਜੀ, ਤੇ ਸਾਡੇ ਨਾਲ 100 ਬੰਦੇ ਸਾਡੇ ਨਾਲ ਜੁੜਦੇ ਆ, ਜਿਹਨੂੰ ਏਕਤਾ ਕਹਿੰਦੇ। ਬਿਲਕੁਲ ਬਿਲਕੁਲ। ਅਗਰ ਸਾਹਿਬ ਇੱਕ ਪਾਉਂਡ ਹੀ ਦੇਣ ਨਾ, ਹਾਂਜੀ, ਉਹ ਵੀ ਮਹਿਸੂਸ ਕਰੂਗਾ ਵੀ ਇਹ ਸਾਡਾ ਆਪਣਾ। ਹਾਂਜੀ ਜੁਮੜ ਸਾਹਿਬ, ਸ਼ਾਰਟ ਕਰ ਲਓ, ਟਾਈਮ ਲੱਗੇ ਆ ਗਿਆ ਆਪਣਾ। ਹਾਂਜੀ, ਹਾਂਜੀ ਹਾਂਜੀ। ਸੋ ਇਹ ਮੈਂ ਵੀ ਤੁਹਾਨੂੰ ਇਸ ਵੇਲੇ 5 ਪਾਉਂਡ ਦੇ ਸਕਦਾ, ਹਾਂਜੀ, ਤੇ ਉਹ 5 ਪਾਉਂਡ ਵੀ 500 ਨਾਲ ਦੇ ਹੁੰਦੇ ਕਈ ਵਾਰ। ਹਾਂਜੀ, 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 ਥੈਂਕ ਯੂ। ਸੋ ਬਹੁਤ ਧੰਨਵਾਦ, ਹਾਂਜੀ, ਬਹੁਤ ਬਹੁਤ ਧੰਨਵਾਦ ਸਾਡੇ ਕੁੰਦਨ ਝੁਮੜ ਜੀ, ਜਿਨ੍ਹਾਂ ਨੇ ਬੜਾ ਆਸਰਾ ਦਿੱਤਾ, ਕਿਉਂਕਿ ਜਦੋਂ ਸਟੂਡੀਓ ਬਣਾ ਰਿਹਾ ਸੀ ਇਹਨਾਂ ਨੇ ਸਾਥ ਦਿੱਤਾ ਸਾਨੂੰ, ਬੜੇ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਇਹਨਾਂ ਦਾ ਸਾਥ ਲੈ ਕੇ। ਰਾਣਾ ਜੀ ਟਾਈਮ ਵੀ ਆਪਣਾ ਲੱਗ ਹੀ ਆ ਗਿਆ, ਕੀ ਕਹੋਗੇ ਹੋਰ ਵਿਚਾਰ ਆਪਣੇ? ਬਿਲਕੁਲ ਮਾਨਕ ਜੀ, ਮੈਂ ਤਾਂ ਇਹੋ ਹੀ ਫਿਰ ਰਿਕੁਐਸਟ ਕਰਾਂਗਾ, ਜਿੰਨੇ ਵੀ ਇਸ ਵਕਤ ਏਕਤਾ ਟੀਵੀ ਨੂੰ ਦੇਖ ਰਹੇ ਹਨ, ਬਾਤ ਕਰ ਰਹੇ ਹਨ, ਹਾਂਜੀ, ਉਹ ਮਿਹਰਬਾਨੀ ਕਰਕੇ ਏਕਤਾ ਟੀਵੀ ਦਾ ਸਾਥ ਸਹਿਯੋਗ ਦੇਣ। ਜਿਵੇਂ ਕਿ ਕੁੰਦਨ ਜੀ ਨੇ 5 ਦਿੱਤੇ ਤੇ 5 ਨਹੀਂ, ਸਾਨੂੰ 500 ਹੀ ਹੈ, ਕਿਉਂਕਿ ਅਗਰ ਤੁਸੀਂ ਬੂੰਦ ਬੂੰਦ ਕਰੋਗੇ ਤਾਂ ਉਹ ਘੜਾ ਭਰ ਜਾਂਦਾ ਹੈ। ਤੁਹਾਡਾ ਸਾਥ ਸਹਿਯੋਗ ਚਾਹੀਦਾ। ਨਹੀਂ, ਅਸੀਂ ਉਹਨਾਂ ਨੂੰ ਘੜੀ ਮੁੜੀ ਘੇਰ ਲਈਦਾ। ਹਾਂਜੀ ਸਨਿਆਰ ਸਾਹਿਬ, ਕੀ ਕਹੋਗੇ ਆਪਣੇ? ਟਾਈਮ ਵੀ ਲੱਗ ਗਿਆ। ਮੈਂ ਤਾਂ ਇਹੀ ਕਰੂੰਗਾ ਜੀ, ਆਪਣੇ ਜੋ ਏਕਤਾ ਟੀਵੀ ਹੈ ਨਾ, ਇਹਦੀ ਸਾਰੇ ਜਣਿਆਂ ਨੂੰ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ,
ਤੇ ਤਾਂ ਕਿ ਆਪਾਂ ਗਾਹਾਂ ਤੋਂ ਚੰਗੇ ਚੰਗੇ ਪ੍ਰੋਗਰਾਮ ਲੈ, ਨਾਲੇ ਆਪ ਵੀ ਸੇਵਾ ਕਰੋ। ਇਹ ਇਦਾਂ ਇੱਥੇ ਡਿਕਟੇਟਰ ਹੋਣਾ ਨਹੀਂ ਕਿਸੇ ਦਾ ਜੀ। ਜੇ ਇੱਥੇ ਆਣ ਕੇ ਤੁਹਾਡੇ ਨੂੰ ਉਹੀ ਸਲੂਕ ਹੋਊਗਾ ਜਿਹੜਾ ਤੁਹਾਡੇ ਨੂੰ ਬਾਹਰ ਅਸੀਂ ਬੋਲ ਚੱਲਦੇ ਆ, ਇੱਥੇ ਹੋਊਗਾ ਇੱਥੇ। ਬਹੁਤ ਧੰਨਵਾਦ। ਦੀ ਗੱਲ ਨਹੀਂ। ਸੋ ਸਾਥੀਓ, ਸੰਡੇ 6 ਤੋਂ 7, ਮੰਡੇ 6 ਤੋਂ 7 ਤੇ ਫਰਾਈਡੇ 6 ਤੋਂ 7 ਹਜੇ ਸਾਡੇ ਟਾਈਮ ਦੀ ਸੈਟਿੰਗ ਇਦਾਂ ਦੀ ਆ। ਸੋ ਬਹੁਤ ਬਹੁਤ ਸਾਥੀਆਂ ਧੰਨਵਾਦ। ਸਰਦਾਰ ਕਸ਼ਮੀਰਾ ਸਿੰਘ ਜੀ ਰੱਕੜ, ਉਹਨਾਂ ਵੱਲੋਂ 50 ਪਾਉਂਡ ਆਏ। ਜਨਗਰਾਜ ਭਾਟੀਆ ਜੀ, ਉਹਨਾਂ ਵੱਲੋਂ 50 ਪਾਉਂਡ ਆਏ। ਦੇਸਰਾਜ ਮਹਿਮੀ ਜੀ, ਉਹਨਾਂ ਵੱਲੋਂ ਵੀ 50 ਪਾਉਂਡ ਆਏ ਆ। ਸਾਡੇ ਰੂਪਲਾ ਬੰਗੜ ਜੀ, ਉਹਨਾਂ ਵੱਲੋਂ 125 ਪਾਉਂਡ ਆਏ ਆ। ਤੇ ਜੱਸੀ ਕਿਚਨ ਵਾਲੇ, ਹਾਰਮੋਨੀ ਕਿਚਨ ਵਾਲੇ, ਉਹਨਾਂ ਵੱਲੋਂ ਵੀ 50 ਪਾਉਂਡ। ਤੇ ਸਾਡੇ ਕਸਤੂਰੀ ਜੀ, ਉਹਨਾਂ ਨੂੰ ਵੀ 21 ਪਾਉਂਡ ਆਏ ਆ। ਤੇ ਬਾਕੀ ਸਾਡੇ ਸਾਰੇ ਸਾਥੀਆਂ ਨੇ 120 ਪਾਉਂਡ ਇਕੱਠੇ ਕਰਕੇ ਹੁਣੇ ਸਾਡੇ ਸਨਿਆਰ ਜੀ ਨੂੰ ਫੜਾ ਦਿੱਤੇ ਆ, ਜਿਹੜੇ ਸਾਡੇ ਸਾਥੀ ਹਜੇ ਸਟੂਡੀਓ ਵਿੱਚ ਹੈਗੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਸੀਂ ਰਲੀਆਂ ਮਿਲੀਆਂ ਵਿਚਾਰਾਂ ਇਹ ਕੀਤੀਆਂ ਵੀ ਆਹ ਮਹਾਮਾਰੀ ਤਾਂ ਆਪਾਂ ਸਹਿ ਲਈ, ਮਾੜੀ ਸਹਿ ਲਈ, ਹਜੇ ਵਿੱਚ ਫਸੇ ਹਾਂ ਆਪਾਂ। ਤਾਂ ਆਉਣ ਵਾਲੇ ਸਮੇਂ 'ਚ ਆਪਾਂ ਰਲ ਮਿਲ ਕੇ ਕਿੱਦਾਂ ਬਚਣਾ, ਸੋ ਇਹਦੇ ਤੇ ਅਸੀਂ ਵਿਚਾਰਾਂ ਕੀਤੀਆਂ। ਹੋ ਸਕਦਾ ਕੋਈ ਲਫ਼ਜ਼ ਗਲਤ ਜ਼ਰੂਰ ਕਿਹਾ ਹੋ ਗਿਆ ਹੋਣਾ। ਸੰਗਤਾਂ ਤੋਂ ਤੇ ਗੁਰੂਆਂ ਤੋਂ ਮਾਫੀ ਚਾਹੁੰਦੇ ਆ। ਕੋਈ ਸਾਡੇ ਗੁਰੂ ਵਾਲਮੀਕ ਜੀ, ਗੁਰੂ ਰਵਿਦਾਸ ਜੀ ਤੇ ਸਾਡੇ ਸਤਿਗੁਰਾਂ ਦੀ ਬਾਣੀ, ਉਹ ਸਾਰੀ ਦੁਨੀਆ ਦਾ ਭਲਾ ਮੰਗਦੀ ਹੈ। ਬਾਬਾ ਸਾਹਿਬ ਨੇ ਸਾਰੀ ਗੱਲ ਨੂੰ ਸੋਚ ਕੇ ਵਧੀਆ ਗ੍ਰੰਥ ਵਰਗਾ ਸੰਵਿਧਾਨ ਲਿਖ ਕੇ ਦਿੱਤਾ, ਜਿਹਦੇ ਕਾਰਨ ਸਾਰੀ ਦੁਨੀਆ ਉਹਨਾਂ ਦੇ ਪਿਆਰ ਸਤਿਕਾਰ ਨੂੰ ਮੰਨਦੀ ਆ। ਤੇ ਸਾਡਾ ਵੀ ਫਰਜ਼ ਬਣਦਾ ਵੀ ਆਪਣੇ ਮੁਲਕ ਵੱਲ ਮਾੜਾ ਖਿਆਲ ਰੱਖੀਏ ਤੇ ਇੱਥੇ ਵੀ ਮਾੜਾ ਖਿਆਲ ਰੱਖੀਏ। ਸੋ ਸਾਥੀਓ, ਜਿੱਥੇ ਕਿਤੇ ਵੀ ਮਿਲਦੇ ਆ, ਮੀਡੀਆ ਦੀ ਮਦਦ ਜ਼ਰੂਰ ਕਰੋ। ਅਸੀਂ ਇਹ ਨਹੀਂ ਕਹਿੰਦੇ ਸਾਡੀ ਮਦਦ ਕਰੋ, ਹੋਰ ਮੀਡੀਆ ਦੀ ਵੀ ਤੁਸੀਂ ਕਰਦੇ ਆ, ਉਸੇ ਤਰ੍ਹਾਂ ਇਹਦੀ ਵੀ ਲੋੜ ਆ। ਗੱਲਾਂ ਬਾਤਾਂ ਕਈ ਵਾਰੀ ਰਹਿ ਵੀ ਜਾਂਦੀਆਂ। ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਪ੍ਰੈਜੈਂਟਰ ਹੋਰ ਅਮਰਜੀਤ ਮੱਲ, ਸਾਡੇ ਬਲਦੇਵ ਰਾਣਾ ਸਰੋਏ, ਸਾਡੇ ਧਰਮਾ ਸਨਿਆਰ ਜੀ, ਸਤਪਾਲ ਸਰੋਏ ਜੀ, ਹੋਰ ਵੀ ਸਾਡੇ ਸਾਥੀ ਭੈਣਾਂ ਵੀ ਆਉਣਗੀਆਂ। ਸੋ ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਬਹੁਤ ਬਹੁਤ ਥੈਂਕ ਯੂ ਜੀ।